ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪੜੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਭਾਊ ਸਾਹਿਬ, ਠੀਕ ਠਾਕ ਹੋ? ਤੁਹਾਨੂੰ ਅਗਲੇ ਅਕਾਲ ਤਖਤ ਤੇ ਤਲਬ ਕਰ ਲੈਣਾ, ਤੁਸੀਂ ਲੱਗੇ ਫਤਿਹ ਪਾਉਣੇ ਨੂੰ। ਬਹੁਤ ਬਹੁਤ ਧੰਨਵਾਦ ਤੁਹਾਡਾ। ਐਂਡ ਤੁਸੀਂ ਹਾਸੀਆਂ ਖੇਡੀਆਂ ਸਾਡੇ ਨਾਲ ਕਰਦੇ ਹੋ, ਬੜਾ ਵਧੀਆ ਲੱਗਦਾ ਹੈ ਜੀ। ਚਾਰ ਦਿਨ ਖਬਰਾਂ ਧੜੀ ਲਾਵਾਂਗੇ ਨਾ ਵੀ ਵੇਖੋ ਜੀ ਚਾਵਲਾ ਸਾਹਿਬ ਪੇਸ਼ ਹੋਏ ਨੇ ਜੀ, ਅੱਜ ਜਾ ਰਹੇ ਨੇ ਜੀ, ਆ ਰਹੇ ਨੇ ਜੀ, ਇਹ ਮੱਥਾ ਟੇਕ ਰਹੇ ਨੇ ਜੀ, ਚਾਹ ਚੜਾ ਰਹੇ ਨੇ ਜੀ। ਕੋਈ ਗੱਲ ਨਹੀਂ, ਪੜੀ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕੇ ਨੇ ਹਾਸੀਆਂ ਖੇਡੀਆਂ। ਭਾਊ ਜੀ, ਇੱਥੇ ਨਾ ਕਿਸੇ ਨੇ ਗੱਲਬਾਤ ਕੀਤੀ ਕਿ ਮਝੈਲ ਬੜੇ ਆਲਸੀ ਨੇ ਜੀ, ਕੋਈ ਕੰਮ ਦੇ ਬੰਦੇ ਨਹੀਂ। ਇੱਕ ਮੀਡੀਆ ਸਾਡੇ ਇੱਥੋਂ ਦੇ ਸੁਣਨ ਚ ਆਇਆ ਗੱਲਬਾਤ। ਮੈਂ ਕਿਹਾ ਯਾਰ ਮਝੈਲ ਆਲਸੀ ਕਿੱਦਾਂ ਹੋ ਸਕਦੇ ਆ, ਅਸੀਂ ਤਾਂ ਮੁੱਢਲੇ ਕਿਤਾਬਾਂ ਦੇ ਵਿੱਚੋਂ ਬੜੇ ਫਿੱਟ ਹੁੰਦੇ ਆ ਜੀ। ਮੈਂ ਆਪਣੀ ਗੱਲ ਕਰਦਾ ਜੀ। ਹਾਂ, ਆਉਣ ਦੋ। ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸੀ ਵੀ ਜੇ ਤੇ ਇਹ ਕੰਮ ਨੂੰ ਲੱਗ ਪਏ ਤੇ ਦੋਹਾਂ ਦਾ ਕੱਲਾ ਨਾ ਲੱਗੇ ਤੇ ਨਾ ਲੱਗੇ। ਕਿਆ ਬਾਤ। ਇੱਕ ਸ਼ੁਰੂ ਤੋਂ ਫਿਤਰਤ ਹੀ ਹੈ, ਪਹਿਲੀ ਗੱਲ ਤੇ ਕੰਮ ਸ਼ੁਰੂ ਕੀਤਾ ਨਹੀਂ, ਜੇ ਸ਼ੁਰੂ ਕਰ ਲਿਆ ਤੇ ਫਿਰ ਤੋੜ ਪੜਾ ਕੇ ਛੱਡਣਾ, ਫੇਰ ਨਹੀਂ ਪਿੱਛਾ ਦੇ ਛੱਡਣਾ ਕਿ ਮਰਜ਼ੀ ਹੋਵੇ। ਕਿਆ ਬਾਤ। ਇਸ ਕਰਕੇ ਉਹ ਵੀਰ ਵੀ ਸਹੀ, ਆਪਣੀ ਜੀ ਗੱਲ ਤੇ ਠੀਕ ਹੈ ਕਿ ਜੇ ਤੁਰ ਤੇ ਮਝੈਲ ਤੇ ਫੇਰ ਨਹੀਂ ਪਿੱਛਾ ਦੇ ਕੀ ਵਾਪਰਦਾ ਕੀ ਨਹੀਂ ਵਾਪਰਦਾ। ਕੂਣੀ ਤੋਂ ਸੁਣਦੇ ਆ ਜਿੰਨੀਆਂ ਜੰਗਾਂ ਲੜੀਆਂ ਨੇ, ਜਿੰਨਾ ਕੁਛ ਕੀਤਾ ਉਹ ਮਝੈਲਾਂ ਨੇ ਕੀਤਾ ਹੁਣ ਤੱਕ। ਕਿਆ ਬਾਤ ਹੈ, ਸੁਣ ਲਓ ਜੀ, ਫਰੋਲ ਕੇ ਵੇਖ ਲਓ ਤੁਸੀਂ। ਕਿਆ ਬਾਤ ਹੈ। ਜਿਹੜੇ ਨਿੰਦੇ ਸੀ ਨਾ ਮਝੈਲਾਂ ਨੂੰ, ਜੇ ਮੱਥੇ ਰੰਗਣ ਦਾ ਸਿਰ ਲਾ ਕੇ ਲਿਆਏ ਸੀ ਤੇ ਉਹ ਮਝੈਲ ਸਨ, ਹੋਰ ਨਹੀਂ ਕੋਈ ਹੈਗਾ। ਇੱਥੇ ਲਕੀਰ ਵੱਜ ਗਈ ਹੁਣ, ਬਸ ਇੱਥੋਂ ਵੱਧ ਕੇ ਹੁਣ ਕੁਝ ਹੋ ਹੀ ਨਹੀਂ ਸਕਦਾ। ਜੀ 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 ਜੀ। ਤੋ ਜਿਹਨਾਂ ਨੇ ਗੱਲ ਕੀਤੀ, ਥੋੜੀ ਜਿਹੀ ਸ਼ਰਮ ਆਉਣੀ ਚਾਹੀਦੀ ਉਹਨਾਂ ਨੂੰ। ਮਤਲਬ ਕੋਈ ਗੱਲ ਨਹੀਂ ਜੀ, ਤੁਹਾਡਾ ਆਊਟਲੈਟ ਹੈ ਜੀ, ਮੀਡੀਆ ਆਊਟਲੈਟ, ਤੁਸੀਂ ਬੋਲ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਆਓ ਫਿਰ ਹੁਣ ਗੱਲਬਾਤ ਕਰੀਏ ਜੀ ਉਸ ਇਨਸਾਨ ਦੀ ਜੋ ਜੀ ਤਾਂ ਨਹੀਂ ਕਰਦਾ ਗੱਲਬਾਤ ਕਰਨ ਨੂੰ, ਪਰੰਤੂ ਨਿਊਜ਼ ਹੈ ਜੀ, ਕਵਰ ਕਰਨੀ ਪੈਂਦੀ ਹੈ। ਜੋ ਹਰਕਤਾਂ ਇਸ ਇਨਸਾਨ ਨੇ ਕੀਤੀਆਂ ਤਾਂ ਹੁਣ ਭੁਗਤ ਰਹੇ ਨੇ। ਰਾਮ ਰਹੀਮ ਤੇ ਇੱਕ ਹੋਰ ਕੇਸ ਦਰਜ ਜੀ। ਭੱਟੀ ਸਾਹਿਬ, ਇਹਦੇ ਵਿੱਚ ਥੋੜੀ ਜਿਹੀ ਵੇਰਵਾ ਜਾਣਕਾਰੀ ਦਿਓ ਜੀ। ਇਹ ਕੇਸ ਤੇ ਜਿਹੜਾ ਨਪੰਸਕ ਬਣਾਉਣ ਦਾ, ਸਾਧੂ ਨਪੰਸਕ ਬਣਾਉਣ ਦਾ ਕੇਸ ਸੀਗਾ ਜੀ, ਇਹ ਕੇਸ ਤੇ ਪਹਿਲਾਂ ਦਰਜ ਸੀ। ਲੇਕਿਨ ਕੋਵਿਡ ਕਰਕੇ, ਕਰੋਨਾ ਕਰਕੇ ਉਹ ਪੈਂਡਿੰਗ ਪੈਂਦਾ ਰਿਹਾ, ਪੱਤਰੀਕਾ ਦਈਆਂ ਵੇਖ ਲਓ। ਤੇ ਹੁਣ ਹਾਈ ਕੋਰਟ ਨੇ ਸਪੈਸ਼ਲ ਨਿਰਦੇਸ਼ ਦਿੱਤੇ। ਹਾਈ ਕੋਰਟ ਨੇ ਕਿਹਾ ਲੰਮਾ ਨਹੀਂ ਖਿੱਚਣਾ ਨੂੰ, ਹੁਣ ਸਭ ਕੁਝ ਠੀਕ ਹੋ ਗਿਆ। ਕਿ ਅੱਜ ਤੋਂ ਹਾਈ ਕੋਰਟ ਦੇ ਵਿੱਚ ਅੱਗੇ ਹੁੰਦੀ ਸੀ ਆਨਲਾਈਨ ਪੇਸ਼ ਸੀ, ਉਹਨੇ ਕਿਹਾ ਨਾ 28 ਤਰੀਕ ਤੋਂ 28 ਮਾਰਚ ਤੋਂ ਤੁਸੀਂ ਆ ਕੇ ਇੱਥੇ ਬਿਲਕੁਲ ਜੱਜ ਹੋ ਕੇ ਪੇਸ਼ ਹੋ। ਕੀ ਤੁਹਾਨੂੰ ਕਿਹਾ ਉਹ ਜੱਜ ਤੋਂ ਪੇਸ਼ ਹੋਣੀ। ਉਹਨਾਂ ਹਾਈ ਕੋਰਟ ਨੇ ਕਹਿ ਦਿੱਤਾ ਵੀ ਇਹਦੇ ਤੇ ਹੁਣ ਇਮੀਡੀਏਟਲੀ ਬਹਿਸ ਕਰਾ ਕੇ ਇਸ ਕੇਸ ਦਾ ਫੈਸਲਾ ਕੀਤਾ ਜਾਵੇ। ਹੋਇਆ ਕੀ ਸੀ, ਪਿੱਛੇ ਥੋੜਾ ਚੱਲ ਜਾਈਏ ਆਪਾਂ। ਬਕਾਇਦਾ ਤੌਰ ਤੇ ਜਿਹੜੇ ਉੱਥੇ ਮੁੰਡੇ ਕੰਮ ਕਰਦੇ ਸੀ ਉਹਨਾਂ ਨੂੰ ਇਹਨੇ ਕਿਹਾ ਵੀ ਤੁਹਾਨੂੰ ਜੇ ਅਸੀਂ ਨਪੁੰਸਕ ਬਣਾ ਦਿਆਂਗੇ ਤੇ ਤੁਹਾਡੇ ਜਿਹੜੇ ਸੀ ਸਾਰੇ ਦੁਆਰ ਖੁੱਲ ਜਾਣਗੇ, ਤੁਹਾਨੂੰ ਰੱਬ ਦੇ ਦਰਸ਼ਨ ਹੋ ਜਾਣਗੇ, ਰੱਬ ਦੇ ਦਰਸ਼ਨ ਦਾ ਲਿੰਕ ਹੋ ਜਾਊਗਾ। ਕੁਛ ਬੰਦੇ ਉਹਦੀ ਗੱਲ ਚ ਆ ਗਏ, ਕੁਛ ਛੱਡ ਕੇ ਚਲੇ ਗਏ। ਜਿਹੜੇ ਗੱਲ ਚ ਆਏ ਸੀ ਤੇ ਉੱਥੋਂ ਡਾਕਟਰ ਬੁਲਾ ਕੇ ਇੱਕ ਰਾਜਸਥਾਨ ਦੇ ਵਿੱਚੋਂ ਸਰਕਾਰੀ ਡਾਕਟਰ ਤੇ ਉਹਦੇ ਕੋਲ ਆਪਰੇਸ਼ਨ ਕਰਾਏ ਗਏ, ਉਹਨਾਂ ਦੇ ਪਤਾਲੂ ਕਰ ਦਿੱਤੇ ਗਏ। ਹੁਣ ਉਹ ਬੰਦੇ ਜਦੋਂ ਆਪਰੇਸ਼ਨ ਕਰਾਏ ਗਏ, ਨਪੁੰਸਕ ਬਣਾਏ, ਤਾਂ ਬਣਾਉਣ ਦਾ ਕਾਰਨ ਕੀ ਸੀ ਇਹ ਤੁਹਾਨੂੰ ਸਮਝ ਆਉਂਦਾ। ਬਣਾਉਣ ਦਾ ਕਾਰਨ ਇਹ ਸੀਗਾ, ਪਿਛਲੇ ਜ਼ਮਾਨੇ ਜਿਹੜੇ ਪਿਛਲਾ ਸਮਾਂ ਹੁੰਦਾ ਸੀ, ਰਾਜੇ ਮਹਾਰਾਜੇ ਆਪਣੇ ਜੇ ਹਰਮ ਸੀ, ਰਾਣੀ ਦੇ ਹਰਮ, ਉਹਦੇ ਵਿੱਚ ਰਾਣੀਆਂ ਦੀ ਸੁਰੱਖਿਆ ਵਾਸਤੇ ਫੌਜ ਨਹੀਂ ਸੀ ਲਗਾਉਂਦੇ ਹੁੰਦੇ, ਹਮੇਸ਼ਾ ਲਗਾਉਂਦੇ ਸੀ ਤੇ ਖੁਸਰੇ ਦੀ ਫੌਜ ਹੁੰਦੇ, ਖੁਸਰੇ ਭਰਤੀ ਕਰਦੇ ਹੁੰਦੇ ਸੀ ਕਿ ਕੋਈ ਗਲਤੀ ਨਾ ਕਰਨ। ਉਸੇ ਬਿਹਾਵ ਤੇ ਰਾਮ ਰਹੀਮ ਨੇ ਬਕਾਇਦਾ ਤੌਰ ਤੇ ਇਹਨਾਂ ਮੁੰਜਮ ਸਾਧੂਆਂ ਨੂੰ ਨਪੁੰਸਕ ਬਣਾਇਆ ਤੇ ਆਪਣਾ ਹਰਮ ਜਿਹੜਾ ਬਣਾਇਆ ਸੀ, ਜੋ ਵੀ ਲੋਕ ਕਹਿੰਦੇ ਨੇ ਸਾਨੂੰ ਤੇ ਪਤਾ ਨਹੀਂ ਦਾ, ਜਿਹਦੀ ਸਜ਼ਾ ਵੀ ਚੁੱਕੀ ਹੈ, ਉੱਥੇ ਇਹਨੂੰ ਲਾਇਆ ਗਿਆ ਸੀਗਾ ਵੀ ਇਹ ਕੋਈ ਗਲਤੀ ਕਰਨ ਜੋਗੇ ਨਾ ਰਹਿ ਜਾਣ। ਇਸ ਕਰਕੇ ਨਪੁੰਸਕ ਬਣਾਇਆ ਸੀ। ਤੇ ਫਿਰ ਇੱਕ ਸਾਧੂ ਨੇ ਆ ਕੇ FI ਲੌਂਚ ਕਰਾਤੀ ਕਿ ਮੇਰੀ ਤੇ ਜ਼ਿੰਦਗੀ ਤਬਾਹ ਕਰਤੀ ਇਸ ਬੰਦੇ, ਮੇਰਾ ਤੇ ਰਹਿਣੀ ਕੱਖ ਦਿੱਤਾ, ਮੈਂ ਤਾਂ ਜਿਉਂਦਿਆਂ ਮਰਿਆਂ ਦੇ ਭੜਾ ਹੋਇਆ ਪਿਆ। ਉਹਦੇ ਤੇ ਫਿਰ ਬਾਕੀ ਰਹਿ ਫਿਰ FI ਦਰਜ ਹੋਈ। FI ਦਰਜ ਹੋਣ ਤੋਂ ਬਾਅਦ ਕੇਸ ਚੱਲਿਆ। ਕੇਸ ਲਾਸਟ ਸਟੇਜ ਤੇ ਸੀ, ਬਹਿਸ ਰੁਕੀ ਸੀ ਕਰੋਨਾ ਕਰਕੇ, ਤੇ ਹਾਈ ਕੋਰਟ ਨੇ ਕਹਿ ਦਿੱਤਾ ਕਿ ਇਸ ਕੇਸ ਤੇ ਬਹਿਸ ਕਰਕੇ ਇਮੀਡੀਏਟਲੀ ਫੈਸਲਾ ਕਰਾਇਆ ਜਾਵੇ। ਉਮੀਦ ਆ ਵੀ ਚੌਥੇ ਕੇਸ ਦੇ ਵਿੱਚ ਉਹਨੂੰ ਸਜ਼ਾ ਹੋਏਗੀ। ਲੇਕਿਨ ਦੂਜੇ ਪਾਸੇ ਆਪਾਂ ਦੇ ਨਾਲ ਹੋਰ ਗੱਲ ਕਰ ਲਈਏ ਜੀ।
ਜਿਹੜੀ ਇਹਨਾਂ ਦੀ ਡੇਰਾ ਵਾ, ਡੇਰੇ ਦੇ ਵਿੱਚ ਬਕਾਇਦਾ ਤੌਰ ਤੇ ਇਹਨੇ ਇੱਕ ਚਿੱਠੀ ਭੇਜੀ ਹੈ। ਅੱਛਾ। ਉਸ ਚਿੱਠੀ ਦੇ ਵਿੱਚ ਕੀ ਲਿਖਦਾ? ਚਿੱਠੀ ਦੇ ਵਿੱਚ ਲਿਖਦਾ, ਪਹਿਲੀ ਗੱਲ ਤੇ ਸਾਡੇ ਦੇਸ਼ ਡੇਰੇ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ, ਜਸਪ੍ਰੀਤ, ਜਨਪ੍ਰੀਤ, ਹਨੀਪ੍ਰੀਤ ਤੇ ਅਰਮਪ੍ਰੀਤ। ਇਹਨਾਂ 'ਚ ਕੋਈ ਫਰਕ ਨਹੀਂ, ਸਭ ਇੱਕ ਨੇ। ਜਿੱਦਣ ਮੈਂ ਸੁਨਾਰੀਆ ਜੇਲ੍ਹ ਤੈ ਮੈਨੂੰ ਛੱਡ ਕੇ ਗਏ ਨੇ, ਇਹਨੇ ਜਿਹੜੀ ਚਿੱਠੀ ਭੇਜੀ, ਉਹ ਸੰਦੇਸ਼ ਭੇਜਿਆ, ਵੇਖੋ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ, ਬੇਅਦਬੀ ਕਰਨ ਦੀ ਅਸੀਂ ਸੋਚ ਨਹੀਂ ਸਕਦੇ ਕਦੀ, ਅਸੀਂ ਬੇਅਦਬੀ ਕਰਾਂਗੇ ਕੋਈ ਨਾ ਕੋਈ। ਸਾਡਾ ਤੇ ਸਹੀ ਸਾਰੇ ਧਰਮ ਦਾ ਸਤਿਕਾਰ ਕਰਦੇ ਤੇ ਸਾਰਿਆਂ ਨੂੰ ਕਿਹਾ ਭਾਈ ਗੁਰੂ ਤੁਹਾਡਾ ਮੈਂ ਰਹੂੰਗਾ, ਗੁਰੂ ਮੈਂ, ਲੇਕਿਨ ਉਮੀਦ ਆ ਵੀ ਆਉਣ ਵਾਲੇ ਦਿਨਾਂ 'ਚ ਹਨੀਪ੍ਰੀਤ ਨੂੰ ਡੇਰੇ ਦਾ ਇੰਚਾਰਜ ਬਣਾ ਦਿੱਤਾ ਜਾਊਗਾ। ਦੂਜੇ ਪਾਸੇ ਇਹ ਵੀ ਜਾਣਕਾਰੀ ਮਿਲੀ ਆ ਕਿ ਰਾਮ ਰਹੀਮ ਦਾ ਪਰਿਵਾਰ ਜਿਹੜਾ ਵਿਦੇਸ਼ ਦੇ ਸੈੱਟ ਕੀਤਾ ਜਾ ਰਿਹਾ, ਉਹ ਕਿਸੇ ਵੇਲੇ ਵੀ ਵਿਦੇਸ਼ ਜਾ ਸਕਦੇ, ਉਹ ਕੈਨੇਡਾ ਜਾਂਦੇ, ਅਮਰੀਕਾ ਜਾਂਦੇ, ਇੰਗਲੈਂਡ ਜਾਂਦੇ, ਕਿਤੇ ਜਾਂਦੇ, ਇਹਦੀ ਕੋਈ ਜਾਣਕਾਰੀ ਨਹੀਂ। ਲੇਕਿਨ ਚਰਚਾ ਦਾ ਬਾਜ਼ਾਰ ਗਰਮ ਆ ਵੀ ਉਹਦੀਆਂ ਦੋਵੇਂ ਬੇਟੀਆਂ, ਉਹਦਾ ਬੇਟਾ, ਉਹਦੀ ਨੂੰਹ, ਉਹਦੇ ਜਵਾਈ, ਉਹਦੀ ਮਾਂ, ਉਹਦੀ ਸਾਰੇ ਜਿਹੜੇ ਉਹ ਇਕੱਠੇ ਹੀ ਵਿਦੇਸ਼ ਜਾ ਰਹੇ। ਔਰ ਕੈਨੇਡਾ ਦੇ ਵਿੱਚ ਇੱਕ ਟਰਾਂਸਪੋਰਟਰ ਬੜਾ ਵੱਡਾ ਹੈਗਾ, ਜੋ ਇਹਨਾਂ ਦਾ ਸੇਵਕ ਹੈ ਉੱਥੇ, ਉਹਦਾ ਨਾਮ ਹੀ ਨਹੀਂ ਲੈਣਾ ਇਸ ਵੇਲੇ ਮੈਂ। ਜੀ ਨਹੀਂ ਜੀ, ਕੈਨੇਡਾ ਬਹੁਤ ਵੱਡਾ ਸੇਵਕ ਉਹਦਾ ਹੈਗਾ ਇਸ ਵੇਲੇ। ਜਦੋਂ ਇੱਥੇ ਭੀੜ ਬਣੀ ਸੀ ਉਦੋਂ ਮੈंने ਬੜਾ ਸਾਥ ਦਿੱਤਾ ਸੀ। ਜਿਸ ਦਿਨ ਬਕਾਇਦਾ ਤੌਰ ਤੇ ਇਹਨੂੰ ਸਜ਼ਾ ਹੋਈ ਆ ਤੇ ਪੰਚਕੂਲੇ 'ਚ ਗੜਬੜ ਹੋਈ ਆ, ਉਦੋਂ ਉੱਥੇ ਸੀ। ਜਦੋਂ ਫਿਰ ਗੜਬੜ ਹੋਈ ਤੇ ਫਟਾਫਟ ਨੂੰ ਜਹਾਜ਼ ਫੜਿਆ ਤੇ ਭੱਜ ਗਿਆ ਕੈਨੇਡਾ ਨੂੰ, ਪਾਈ ਆਪਣੀ ਖਿੱਚੀ, ਇੱਥੋਂ ਦੀ ਕੋਰ ਪੰਗਾ ਨਾ ਪੈ ਜਾਵੇ। ਇਸ ਕਰਕੇ ਇਹ ਸਿਚੁਏਸ਼ਨ ਇਦਾਂ ਦੀ ਬਣੀ ਆ ਕਿ ਡੇਰਾ ਜਿਹੜਾ ਉਹ ਚੱਲੇਗਾ, ਕਿਉਂ ਡੇਰੇ 'ਚ ਚਾਵਲਾ ਸੋ ਸਹੂਲਤਾਂ ਬਹੁਤ ਦਿੱਤੀਆਂ, ਬਿਲਕੁਲ। ਉੱਥੇ 5-7 ਬੰਦਾ ਤਾਂ ਇਹ ਰਹਿੰਦਾ ਵਾ, ਉਹਨਾਂ ਦੇ ਬੱਚੇ ਤੁਸੀਂ ਫਰੀ ਭਰਾ ਰਹੇ ਹੋ, ਉਹਨਾਂ ਦੇ ਬੱਚੇ ਨੂੰ ਨੌਕਰੀ ਲਾ ਰਹੇ ਹੋ, ਉੱਥੇ ਕਾਰੋਬਾਰ ਸਿਖਾ ਰਹੇ ਹੋ, ਬਾਕੀ ਕੀ ਰਹਿ ਗਿਆ? ਮੈਂ ਸੋਚਦਾ ਵੀ ਜੇ ਕਿਤੇ ਇਹਦਾ ਉਹ ਪੱਖ ਵੇਖਿਆ ਜਾਵੇ ਰਾਮ ਰਹੀਮ ਦਾ, ਤੇ ਸਾਰੇ ਬਾਬਿਆਂ ਨੂੰ ਵਧੀਆ ਪੱਖ ਹੈ ਉਹਦਾ। ਜੇ ਆਹ ਪੱਖ ਵੇਖ ਲਈਏ ਤੇ ਫਿਰ ਸਭ ਤੋਂ ਬੜਾ ਪੱਖ, ਦੋਵੇਂ ਪੱਖ ਹੈਗੇ ਨੇ ਉੱਥੇ। ਲੇਕਿਨ ਫਿਰ ਵੀ ਅਸੀਂ ਕਹਾਂਗੇ ਚਲੋ ਠੀਕ ਆ, ਦੇਰ ਹੈ ਦਰੁਸਤ ਹੈ। ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਤੇ ਅਗਲੇ 1 ਮਹੀਨੇ ਦੇ ਜਾਂ 1.5 ਮਹੀਨੇ ਦੇ ਵਿੱਚ ਇਹਦੀ ਜਿਹੜੀ ਅਗਲੇ ਕੇਸ ਦਾ ਚੌਥਾ ਕੇਸ ਆ ਉਹਦਾ ਵੀ ਫੈਸਲਾ ਆ ਜਾਏਗਾ। ਜੀ 905 813 1320 905 813 1320 ਲਾਈਨਾਂ ਅਸੀਂ ਓਪਨ ਕਰ ਚੁੱਕੇ ਹਾਂ। ਤੁਹਾਡਾ ਕੋਈ ਸਵਾਲ ਜਵਾਬ ਹੋਵੇ ਤੁਸੀਂ ਸਾਨੂੰ ਫੋਨ ਕਰਕੇ ਹੁਣ ਡਾਇਲ ਕਰ ਸਕਦੇ ਹੋ ਜੀ। ਫਿਰ ਬਾਅਦ ਚੋਂ ਨਾ ਕਿਹਾ ਕਿ ਤੁਹਾਡੀ ਕਾਲ ਅਸੀਂ ਆਨ ਦੇਰ ਨਹੀਂ ਲਿੱਤੀ। 905 813 1320 905 813 1320। ਬਰਤਾਨੀਆ ਦੇ ਵਿਦਵਾਨ ਨੂੰ ਕਹਿ ਲਓ ਕਿ ਬਰਤਾਨੀਆ ਦੇ ਵਿਦਵਾਨ ਨੂੰ ਕਾਨਫਰੰਸ ਵਿੱਚ ਸ਼ਾਮਿਲ ਹੋਣ ਤੋਂ ਰੋਕਿਆ ਭੱਟੀ ਸਾਹਿਬ, ਇਹਦੀ ਕੀ ਖਬਰ ਹੈ ਜੀ? ਇਹ ਬਰਤਾਨੀਆ ਦਾ ਵਿਦਵਾਨ ਹੈ ਜੀ, ਫਿਲਿਪ ਓਸੀਲਾ। ਇਹਨੇ ਤ੍ਰਿਵੰਦਰਮ ਹਾਈ ਅੱਡੇ ਤੋਂ ਉਤਰਿਆ, ਇਹਨੂੰ ਉੱਥੇ ਅਧਿਕਾਰੀਆਂ ਨੇ ਵਾਪਸ ਭੇਜਤਾ ਕਿ ਤੁਸੀਂ ਨਹੀਂ ਜਾ ਸਕਦੇ। ਇਹ ਜਿਹੜੀ ਉਸਾਲਾ ਯੂਨੀਵਰਸਿਟੀ ਆ, ਉਸਾਲਾ ਯੂਨੀਵਰਸਿਟੀ ਆਫ ਸਸੈਕਸ, ਉੱਥੇ ਮਾਨਵ ਵਿਗਿਆਨ ਤੇ ਦੱਖਣੀ ਏਸ਼ੀਆ ਦੇ ਮਾਮਲਿਆਂ ਬਾਰੇ ਪ੍ਰੋਫੈਸਰ ਹੈ। ਅੱਛਾ। ਤੇ ਪਿਛਲੇ 30 ਸਾਲਾਂ ਤੋਂ ਦੱਖਣੀ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਜਾ ਕੇ ਜਿਹੜੇ ਆਪਣਾ ਕੰਮ ਕਰ ਰਹੇ। ਇਹਨੇ ਇੰਡੀਆ ਦੇ ਵਿੱਚ ਕੇਰਲਾ ਸੂਬਾ ਚੁਣਿਆ ਕਿ ਕੇਰਲਾ ਸੂਬੇ ਜਾ ਕੇ ਮੈਂ ਉੱਥੋਂ ਦੀ ਸਿਚੁਏਸ਼ਨ, ਉੱਥੋਂ ਦਾ ਸੱਭਿਆਚਾਰ, ਉੱਥੋਂ ਦਾ ਰਹਿਣ ਸਹਿਣ, ਉਹਦੇ ਵਿੱਚ ਸੁਧਾਰ ਵੀ ਕਰੂੰਗਾ ਤੇ ਆਪਣੀ ਰਾਏ ਵੀ ਦੇਵਾਂਗਾ। ਇਹਦੇ ਸੰਬੰਧ ਵਿੱਚ ਪਹਿਲਾਂ ਵੀ ਆ ਚੁੱਕਾ ਕਈ ਵਾਰੀ। 30 ਦੇਸ਼ਾਂ ਦੇ ਵਿੱਚ ਬਾਰ-ਬਾਰ ਜਾਣਾ ਸਾਊਥ ਏਸ਼ੀਆ ਚ ਵੈਸੇ ਤਾਂ ਬੜਾ ਵੱਡਾ ਖਰਚਾ ਵੀ ਲੱਗਦਾ, ਸਭ ਕੁਛ ਲੱਗਦਾ। ਹੁਣ ਉੱਥੇ ਕਾਨਫਰੰਸ ਕੀਤੀ ਜਾ ਰਹੀ ਸੀ ਇੱਕ, ਉਹ ਕਾਨਫਰੰਸ ਦੇ ਵਿੱਚ ਜਿਹੜਾ ਸੀ ਇਹਨੂੰ ਬੁਲਾਇਆ ਗਿਆ ਸੀ, ਲੇਕਿਨ ਸਾਡੀ ਜਿਹੜੀ ਸੀ ਹਵਾਈ ਅੱਡੇ ਦੇ ਪ੍ਰਬੰਧਕ ਉਹਨਾਂ ਨੂੰ ਵਾਪਸ ਭੇਜਤਾ ਕਿ ਤੂੰ ਅੱਗੇ ਨਹੀਂ ਜਾ ਸਕਦਾ। ਜਦੋਂ ਉਹਨੂੰ ਪੁੱਛਿਆ ਗਿਆ ਵੀ ਤੁਸੀਂ ਜਾਣ ਕਿਉਂ ਨਹੀਂ ਦਿੱਤਾ ਇਹਨਾਂ ਨੂੰ, ਉਹ ਕਹਿੰਦੇ ਜਦੋਂ ਪਿਛਲੀ ਵਾਰੀ ਆਇਆ ਸੀ ਇਹਨੇ ਵੀਜ਼ੇ ਦੀ ਸ਼ਰਤਾਂ ਦਿੱਤੀਆਂ ਸੀ, ਉਹਨਾਂ ਨਿਯਮਾਂ ਦੀ ਉਲੰਘਣਾ ਕੀਤੀ ਸੀ। ਲੇਕਿਨ ਜਦੋਂ ਉਹ ਕੋਕ ਕੀਤੀ ਗਈ, ਪਤਾ ਕੀਤਾ ਗਿਆ ਅੰਦਰੋਂ, ਇਹ ਕਹਿੰਦੇ ਜੀ ਇਹ 5 ਵਾਰੀ ਪਾਕਿਸਤਾਨ ਗਿਆ ਵਾ, 30 ਸਾਲਾਂ ਦੇ ਵਿੱਚ 5 ਵਾਰੀ ਪਾਕਿਸਤਾਨ ਚਲੇ ਗਿਆ ਤੇ ਕਿਸੇ ਨੂੰ ਕੋਈ ਬਿੱਲ ਆਇਆ? ਉਹਦਾ ਕੋਈ ਬਿੱਲ ਨਹੀਂ ਆਇਆ। ਉਹ ਵਿਦਵਾਨ ਆ, ਉਹਨੇ ਪੂਰਾ ਸਾਊਥ ਏਸ਼ੀਆ ਘੁੰਮਿਆ, 30 ਦੇਸ਼ਾਂ 'ਚ ਬਾਰ-ਬਾਰ ਜਾ ਰਿਹਾ, ਜਾ ਕੇ ਵੀ ਉੱਥੇ ਅਸੀਂ ਕੋਈ ਸਮਾਜ ਸੁਧਾਰ ਦੇ ਵੀ ਲੋਕਾਂ ਦੀ ਡਿਵੈਲਪਮੈਂਟ ਦਾ ਕੋਈ ਕੰਮ ਕਰ ਸਕਦੇ, ਕਰੀਏ ਅਸੀਂ, ਡਟ ਕੇ ਕਰੀਏ, ਰਲ ਕੇ ਕਰੀਏ ਅਸੀਂ। ਹੁਣ ਕੇਰਲਾ ਚੁਣਿਆ ਕਿਉਂ? ਕੇਰਲਾ ਇਸ ਕਰਕੇ ਚੁਣਿਆ ਵੀ ਉੱਥੇ ਲੋਕ ਪੜ੍ਹੇ ਲਿਖੇ ਬਹੁਤ ਆ, ਉੱਥੇ ਇੱਕ ਡੰਗਰ ਵੀ ਚਾਰ ਦਵੇ ਪੁੱਛੋ ਤੁਸੀਂ ਤੇਰੀ ਪੜ੍ਹਾਈ ਕਿੰਨੀ, ਕੋਈ ਡਬਲ ਹੈ। ਉਹ ਤੁਹਾਡੇ ਨਾਲ ਅੰਗਰੇਜ਼ੀ 'ਚ ਗੱਲ ਕਰੇਗਾ, ਹਿੰਦੀ 'ਚ ਨਹੀਂ ਕਰੇਗਾ, ਅੰਗਰੇਜ਼ੀ 'ਚ ਕਰੇਗਾ ਜਾਂ ਕੇਰਲਾ ਭਾਸ਼ਾ 'ਚ ਕਰੇਗਾ।
ਹੁਣ ਇਹਨਾਂ ਨੇ ਉਹਨੂੰ ਵਾਪਸ ਭੇਜਤਾ। ਇਹ ਰੋਸ ਆ ਲੋਕਾਂ ਦੇ ਵਿੱਚ, ਉੱਥੇ ਵੀ ਇਹਨੂੰ ਵਾਪਸ ਤੋਂ ਭੇਜਿਆ। ਹੁਣ ਜੇ ਤਾਂ ਉੱਥੇ ਬੀਜੇਪੀ ਦੀ ਸਰਕਾਰ ਹੁੰਦੀ ਤੇ ਫਿਰ ਤੇ ਪ੍ਰਧਾਨ ਮੰਤਰੀ ਸਾਹਿਬ ਵੀ ਜਾ ਕੇ ਉੱਥੇ ਗੁਲਦਸਤਾ ਲੈ ਕੇ ਖਲੋਂਦੇ ਜੀ, ਵਿਦਵਾਨ ਸਾਹਿਬ ਆ ਰਹੇ ਨੇ ਇੰਗਲੈਂਡ ਤੋਂ, ਬੜੇ ਮਸ਼ਹੂਰ ਨੇ, ਇਹਨਾਂ ਨੂੰ ਕੁੰਤਾ ਸੀਗੇ। ਉੱਥੇ ਸਰਕਾਰ ਹੈਗੀ ਹੈ ਬਕਾਇਦਾ ਤੌਰ ਤੇ ਕਾਮਰੇਡਾਂ ਦੀ। ਉੱਥੇ ਦੋ ਹੀ ਸਰਕਾਰਾਂ ਬਣਦੀਆਂ, ਜਾਂ ਸੱਜੇ ਪੱਖੀ ਕਾਮਰ ਤੇ ਕਾਂਗਰਸ, ਜਾਂ ਖੱਬੇ ਪੱਖੀਆਂ ਦੀ, ਬਾਕੀ ਸਰਕਾਰ ਬਣਦੀ ਨਹੀਂ। ਪਿਛਲੀ ਟਨਿਓਰ ਦੇ ਵਿੱਚ ਸਿਰਫ ਤੇ ਸਿਰਫ ਇੱਕ ਬੰਦਾ ਜਿੱਤਿਆ ਸੀ ਬੀਜੇਪੀ ਦਾ, ਸਿਰਫ ਇੱਕੋ MLA। ਲੋਕ ਕਹਿੰਦੇ ਸੀ ਅਗਲੀ ਵਾਰੀ ਸਰਕਾਰ ਬਣਾ ਲੈਣਗੇ, ਲੇਕਿਨ ਐਤਕੀ ਉਹਨਾਂ ਦਾ ਉਹ ਇੱਕ ਵੀ ਨਹੀਂ ਜਿੱਤਿਆ। ਇਸੇ ਕਰਕੇ ਉੱਥੇ ਰੋਕਿਆ ਗਿਆ ਵੀ ਕਾਮਰੇਡਾਂ ਨੂੰ ਪ੍ਰਫੁੱਲਤਾ ਨਹੀਂ ਕਰਨਾ, ਇਹਨਾਂ ਦੀ ਆਪਾਂ ਗੁੱਡੀ ਨਹੀਂ ਚੜ੍ਹਨ ਦੇਣੀ, ਉਹਨੂੰ ਰੋਕ ਦਿੱਤਾ ਗਿਆ। ਲੇਕਿਨ ਕਾਮਰੇਡਾਂ ਨੂੰ ਇਹਦਾ ਬਹੁਤਾ ਫਰਕ ਨਹੀਂ ਪੈਂਦਾ। ਤੇ ਹੁਣ ਜਦੋਂ ਅਖਬਾਰਾਂ 'ਚ ਗੱਲਾਂ ਛਪੀਆਂ ਤਾਂ ਉੱਥੇ ਸਰਕਾਰ ਨੂੰ ਜਵਾਬ ਦੇਣਾ ਪਊਗਾ। ਕੱਲ ਨੂੰ ਤੁਹਾਨੂੰ ਜਨਰਲ ਏਅਰਪੋਰਟ ਤੋਂ ਮੋੜ ਦੇਣਾ ਇੰਗਲੈਂਡ ਵਾਲੇ, ਫਿਰ ਤੁਸੀਂ ਕੀ ਕਰੋਗੇ? ਕੀ ਕਰੋਗੇ? ਅਗਲਾ ਆਇਆ ਵਾ, ਅਗਲੇ ਦਾ ਕੋਈ ਤੁਹਾਡਾ ਪਿਛਲਾ ਰਿਕਾਰਡ ਮਾੜਾ ਨਹੀਂ ਹੈਗਾ, ਕੋਈ ਕੁਛ ਨਹੀਂ ਹੈਗਾ, ਵਿਦਵਾਨ ਅਗਲਾ ਹੈਗਾ, ਤੁਹਾਡੀ ਭਲਾਈ ਵਾਸਤੇ ਇੱਥੇ ਆਇਆ ਵਾ। ਇਸ ਕਰਕੇ ਇਸ ਨੂੰ ਲੈ ਕੇ ਕਾਫੀ ਚਰਚਾ ਵਾ ਜੀ। ਕੀ ਕਿਸਾਨਾਂ ਵੱਲੋਂ ਰੇਲਾਂ ਰੋਕਣੀਆਂ ਕਿਸੇ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਹੈ ਜੀ? ਇੱਕ ਅਖਬਾਰ ਨੇ ਖਬਰ ਛਾਪੀ ਹੈ ਜੀ, ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਵਾਜੇ ਜਾਂਦੇ ਰੇਲ ਮਾਰਗ ਉੱਪਰ ਨਿਤ ਜਾਮ, ਸਾਜ਼ਿਸ਼, ਅੱਗੇ ਕੁਝ ਮਾਰਕ ਪਾਇਆ। ਮੈਂ ਤੁਹਾਨੂੰ ਦੱਸ ਦਿਆਂ ਵੀ ਬਕਾਇਦਾ ਤੌਰ ਤੇ ਜੰਮੂ ਤੇ ਅੰਮ੍ਰਿਤਸਰ ਟ੍ਰੇਨ ਜਿਹੜੀ ਚੱਲਦੀ ਸੀ ਉਹ ਆਮ ਤੌਰ ਤੇ ਬੰਦ ਰਹਿੰਦੀ ਸੀ। ਲੋਕ ਫਿਰ ਮਜ਼ਾਰੇ ਕਰਦੇ ਸੀ, ਫਿਰ ਟ੍ਰੇਨ ਚੱਲਦੀ ਸੀ। ਉਹ ਬੰਦ ਰੱਖਣ ਦਾ ਕਾਰਨ ਕੀ ਸੀ? ਅੰਮ੍ਰਿਤਸਰ ਤੋਂ ਜੰਮੂ ਤੱਕ ਸਾਡੀ ਇੱਥੇ ਜਿਹੜੀ ਬੱਸ ਸਰਵਿਸ ਬਹੁਤ ਜ਼ਿਆਦੀ ਹੈ, ਵੀਡੀਓ ਵੀ ਹੈਗੀ ਹੈ, ਡੀਲਕਸ ਵੀ ਹੈਗੀ ਹੈ, ਆਮ ਬੱਸ ਵੀ ਹੈਗੀ ਹੈ ਜੀ। ਕਿਉਂਕਿ ਮਾਤਾ ਵੈਸ਼ਨੋ ਦੇ ਲੋਕ ਦਰਸ਼ਨ ਕਰਨ ਜਾਂਦੇ ਆ ਤੇ ਫਿਰ ਬੱਸਾਂ ਹੀ ਜਾਂਦੇ ਆ। ਲੇਕਿਨ ਟ੍ਰੇਨ ਦੇ ਵਿੱਚ ਥੋੜਾ ਸਫ਼ਰ ਸੁਖਾਲਾ ਹੁੰਦਾ ਵਾ। ਉਹ ਟ੍ਰੇਨ ਆਮ ਤੌਰ ਤੇ ਬੰਦ ਰਹਿੰਦੀ ਜੀ, ਫਿਰ ਲੋਕੀ ਮੁਜ਼ਾਹਰਾ ਕਰਦੇ, ਕੋਈ ਨਾ ਕੋਈ ਬਹਾਨਾ ਬਣਾ ਕੇ ਬੰਦ ਕਰਦੇ, ਫਿਰ ਮੁਜ਼ਾਹਰਾ ਕਰਦੇ ਤੇ ਫਿਰ ਚਾਲੂ ਹੁੰਦੀ। ਉਦੋਂ ਵੀ ਇਹ ਗੱਲਾਂ ਚੱਲੀਆਂ ਸੀ ਵੀ ਰੇਲਵੇ ਦੇ ਅਧਿਕਾਰੀ ਜਿਹੜੇ ਜਾਣ ਬੁੱਝ ਕੇ ਟਰਾਂਸਪੋਰਟਾਂ ਨੂੰ ਫਾਇਦਾ ਪਹੁੰਚਾਉਣ ਦੀ ਖਾਤਰ ਇਹ ਕੰਮ ਕਰਦੇ ਜੀ। ਹੁਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਇਹਨਾਂ ਦੀ ਕੋਈ ਮਾੜੀ ਜੀ ਵੀ ਗੱਲ ਹੋ ਗਈ, ਰੋਕ ਦਿਓ ਰੇਲ, ਰੋਕ ਦਿਓ ਰੇਲ ਜੀ। ਹੁਣ ਅਖਬਾਰ ਕਹਿੰਦੀ ਕੀ ਸਾਜ਼ਿਸ਼ ਨਹੀਂ, ਟਰਾਂਸਪੋਰਟਰਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ। ਟਰਾਂਸਪੋਰਟਰ ਨੇ ਮਹੀਨਾ ਭਰਦੇ ਹੋਣ, ਇਹਨਾਂ ਨੂੰ ਫੰਡ ਦਿੰਦੇ ਹੋਣ, ਆਪਾਂ ਕਿਸੇ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ। ਇਹ ਹੁਣ ਅਖਬਾਰ ਨੇ ਜਿਸ ਤਰੀਕੇ ਨਾਲ ਲਿਖਿਆ, ਉਹਨੇ ਕਿਹਾ ਕਿ ਇਹ ਨਿੱਜੀ ਟਰਾਂਸਪੋਰਟਰਾਂ ਨੂੰ ਜਿਹੜੀ ਆ ਫਾਇਦਾ ਪਹੁੰਚਾਉਣ ਦੀ ਗੱਲ ਵੀ ਇਹੀ ਲਿੰਕ ਬੰਦ ਕੀਤੀ ਜਾਂਦੀ। ਔਰ ਇਹਦੇ ਤੇ ਜਿਹੜੇ ਲੋਕ ਵਿਦੇਸ਼ਾਂ ਤੋਂ ਆਉਂਦੇ ਆ, ਬਾਹਰੋਂ ਆਉਂਦੇ ਮੱਥਾ ਟੇਕਣ ਵਾਲੇ, ਉਹਨਾਂ ਨੂੰ ਜਲੰਧਰ ਉਤਰਨਾ ਪੈਂਦਾ। ਉੱਥੋਂ ਉਤਰ ਕੇ ਫਿਰ ਬੱਸਾਂ ਦੇ ਧੱਕੇ ਖਾਂਦੇ ਫਿਰ ਆਉਂਦੇ ਹੋ। ਕਿਉਂ ਤੁਸੀਂ ਟਰੈਕ ਰੋਕਦੇ ਹੋ? ਗੁਰੂ ਘਰ ਨੂੰ ਆਉਣ ਵਾਲੀ ਨਾ ਤੇ ਰੋਡ ਚੁੱਕੋ ਨਾ ਟਰੈਕ ਰੋਕੋ। ਜੇ ਰੋਕਣੇ ਆ ਤੇ ਤੁਸੀਂ ਇਹਨਾਂ ਦੀਆਂ ਗੱਡੀਆਂ ਰੋਕੋ, ਮਨਿਸਟਰ ਨਹੀਂ ਹੈ। ਇਹਨਾਂ ਦੇ ਦਫ਼ਤਰਾਂ ਅੱਗੇ ਬੈਠੋ, ਇਹਨਾਂ ਦੇ ਘਰੇ ਬੋਰੇ ਅੱਗੇ ਬੈਠੋ, ਇਹਨਾਂ ਨਾਲ ਤੁਹਾਡੀ ਲੜਾਈ ਜਿਹੜੀ ਸਰਕਾਰ ਨਾਲ, ਲੋਕਾਂ ਨਾਲ ਨਹੀਂ। ਲੋਕਾਂ ਦਾ ਸਾਥ ਲਓ ਤੁਸੀਂ। ਅੱਗੇ ਵੀ ਪਹਿਲਾਂ ਵੀ ਵਿਰੋਧ ਹੋਇਆ ਸੀ ਇਹਨਾਂ ਦਾ, ਤੇ ਫਿਰ ਇਹਨਾਂ ਟਰੈਕ ਖਾਲੀ ਕਰਤਾ ਸੀ। ਹੁਣ ਵੀ ਮੇਰੇ ਖਿਆਲ ਟਰੈਕ ਤੇ ਖਾਲੀ ਕਰ ਦਿੱਤਾ ਇਹਨਾਂ ਨੇ, ਲੇਕਿਨ ਟਰੈਕ ਬਾਰ-ਬਾਰ ਰੋਕਿਆ ਜਾਣਾ ਇਹ ਗੱਲ ਕੋਈ ਵਧੀਆ ਨਹੀਂ। ਲੋਕ ਖਿਲਾਫ ਹੋ ਜਾਣਗੇ, ਖਾਸ ਕਰਕੇ ਵਿਦੇਸ਼ੀ ਵੀ ਜਿਹੜੇ ਆ ਉਹ ਬਹੁਤ ਪਰੇਸ਼ਾਨ ਹੁੰਦੇ ਇਹਦੇ ਵਿੱਚ। ਲੋਕਲ ਲੋਕ ਵੀ ਜਿਹੜੇ ਅੰਮ੍ਰਿਤਸਰ ਤੋਂ ਦਿੱਲੀ ਜਾਣਾ, ਕਿਸੇ ਤੇ ਜਾਣਾ, ਉਹ ਫਿਰ ਵੇਖਦੇ ਵੀ ਹੁਣ ਬੱਸ ਤੇ ਜਾਈਏ ਕਿ ਅਸੀਂ ਟ੍ਰੇਨ ਤੇ ਜਾਈਏ। ਲੇਕਿਨ ਇਹ ਸਾਜ਼ਿਸ਼ ਨੇ ਕਿਹਾ ਅਖਬਾਰ ਨੇ ਕਿ ਇਹ ਟਰਾਂਸਪੋਰਟਰਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਬਾਰ-ਬਾਰ ਜਿਹੜੇ ਕਿਸਾਨ ਨੇ ਉਹ ਰੇਲ ਬੰਦ ਕਰਦੇ ਨੇ। ਜੇ ਇਹ ਗੱਲ ਸਹੀ ਆ ਤੇ ਬਹੁਤ ਮੰਦਭਾਗੀ ਆ, ਜੇ ਇਹ ਗਲਤ ਆ ਤੇ ਫਿਰ ਕਿਸਾਨਾਂ ਨੂੰ ਜਿਹੜਾ ਥੋੜਾ ਸੋਚਣਾ ਚਾਹੀਦਾ ਕਿ ਆਮ ਲੋਕਾਂ ਨੂੰ ਪਰੇਸ਼ਾਨ ਨਾ ਕਰਨ। ਬਿਹਾਰ ਦੇ ਮੁੱਖ ਮੰਤਰੀ ਨੂੰ ਨੌਜਵਾਨਾਂ ਨੇ ਵਿਖਾਇਆ ਮੁੱਕਾ ਤੇ ਪੁਲਿਸ ਨੇ ਕੀਤਾ ਗ੍ਰਿਫਤਾਰ। ਇਹ ਕੀ ਗੱਲਬਾਤ ਹੋਈ ਪੱਟੀ ਸਾਹਿਬ? ਇੱਕ ਬਿਹਾਰ ਦੇ ਵਿੱਚ ਨੌਜਵਾਨ ਹੈ ਨੀਤਿਸ਼ ਕੁਮਾਰ, ਜਿਹਨੂੰ ਅਸੀਂ ਸੁਸ਼ਾਸਨ ਬਾਬੂ ਕਹਿੰਦੇ ਆ। ਇਹ ਬਹੁਤ ਤਕੜੇ ਤੇ ਵਧੀਆ ਪ੍ਰਬੰਧਕ ਨੇ। ਇਹ ਆਪਣੇ ਜ਼ਿਲ੍ਹੇ 'ਚ ਗਏ ਸੀਗੇ, ਕੋਈ ਸਮਾਗਮ ਸੀਗੇ। ਜਦੋਂ ਸਮਾਗਮ 'ਚ ਗਏ ਤੇ ਇਹਨਾਂ ਦੇ ਪਿੱਛੇ ਇੱਕ ਮੁੰਡੇ ਨੇ ਜਾ ਕੇ ਮੁੱਕਾ ਵਿਖਾਇਆ, ਇਹਨਾਂ ਦੇ ਪਿੱਠ ਪਿੱਛੇ, ਸਾਹਮਣੇ ਨਹੀਂ, ਪਿੱਠ ਮੁੱਕਾ ਵਿਖਾਇਆ। ਅੱਛਾ। ਜਦੋਂ ਉਹਨੇ ਮੁੱਕਾ ਵਿਖਾਇਆ ਉਹ ਵੀਡੀਓ ਵਾਇਰਲ ਹੋਈ ਤੇ ਆਡੀਓ ਵਾਇਰਲ ਹੋਈ। ਉਹ ਬਕਾਇਦਾ ਤੌਰ ਤੇ ਸਿਕਿਉਰਿਟੀ ਨੇ ਫੜ ਲਿਆ ਉਹਨੂੰ। ਸਿਕਿਉਰਿਟੀ ਵਾਲੇ ਫੜ ਕੇ ਧੌਲ ਧੱਪਾ ਕਰਦੇ ਪਾਸੇ ਲੈ ਗਏ। ਅੱਛਾ। ਤੇ ਨੀਤਿਸ਼ ਕੁਮਾਰ ਨੇ ਇੰਨੀ ਗੱਲ ਕਿ ਨਹੀਂ ਵੀ ਇਹਨੂੰ ਕੁਛ ਨਹੀਂ ਕਹਿਣਾ।
ਕੋਈ ਪਰਚਾ ਦਰਜ ਨਹੀਂ ਕਰਨਾ, ਇਹਦੀ ਕੋਈ ਕੁੱਟਮਾਰ ਨਹੀਂ ਕਰਨੀ, ਜਿਹੜੀ ਇਹਦੀ ਮੁਸ਼ਕਲ ਉਹ ਦੂਰ ਕੀਤੀ ਜਾਵੇ। ਇੱਕ ਪਾਸੇ ਨਿਤਿਸ਼ ਕੁਮਾਰ ਸੁਸ਼ਾਸਨ ਬਾਬੂ ਨੂੰ ਜਦੋਂ ਉਹ ਮਾਰਨ ਪਿਆ ਮੌਕਾ ਤੇ ਉਹਨਾਂ ਇਹ ਕਹਿੰਦਾ ਇਹਨੂੰ ਕੁਝ ਨਹੀਂ ਕਰਨਾ, ਇਹਦੀ ਮੁਸ਼ਕਲ ਕੋਈ ਨਹੀਂ ਹੋਊਗੀ, ਇਹਨੂੰ ਕੋਈ ਪ੍ਰੋਬਲਮ ਹੋਊਗੀ, ਨਹੀਂ ਸੁਣਵਾਈ ਹੁੰਦੀ ਹੋਣੀ ਦੀ ਸੁਣਵਾਈ ਕਰੋ ਇਹਦੀ। ਤੇ ਦੂਜੇ ਪਾਸੇ 12 ਫਰਵਰੀ ਨੂੰ ਪੰਜਾਬ ਦੇ ਵਿੱਚ ਭਗਵੰਤ ਮਾਨ ਜਦੋਂ ਜੜਬਾ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਸੀਗੇ, ਕੁਝ ਲੋਕਾਂ ਨੇ ਇੱਕ ਕੈਨੇਡਾ ਤੋਂ ਕਰਨ ਘਮਾਨ ਸਨ, ਉਹ ਵੀ ਗਏ ਸੀ, ਉਹਨਾਂ ਨੇ ਉਹਨਾਂ ਦੀ ਗੱਡੀ ਰੋਕੀ ਤੇ ਪੁੱਛਿਆ ਕਿ ਦਵਿੰਦਰਪਾਲ ਸਿੰਘ ਭੁੱਲਰ ਨੂੰ ਤੁਸੀਂ ਰਿਹਾ ਕਿਉਂ ਨਹੀਂ ਕਰਦੇ, ਤੁਹਾਡੀ ਸਰਕਾਰ ਉੱਥੇ ਦਿੱਲੀ ਦੇ ਵਿੱਚ ਕਿਉਂ ਨਹੀਂ ਰਿਹਾ ਕਰਦੇ ਤੁਸੀਂ। ਭਗਵੰਤ ਮਾਨ ਹੋਈ ਚਲੋ ਇਹ ਕਹਿ ਕੇ ਚਲੇ ਗਏ ਜੀ ਉਹ ਜਿਹੜੀ ਫਾਈਲ ਆ ਉਹ LG ਕੋਲ ਪਈ ਹੈ, ਲੈਫਟੀਨੈਂਟ ਗਵਰਨਰ ਕੋਲ ਪਈ ਹੈ, ਚਲੋ ਠੀਕ ਹੈ। ਲੇਕਿਨ ਉਹਨਾਂ ਦੇ ਨਾਲ ਦਰਖਾਸਤ ਹੈ ਦਿੱਤੀ ਤੇ ਪਤਾ ਮੈਨੂੰ ਨਹੀਂ, ਲੇਕਿਨ ਪੁਲਿਸ ਨੇ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਮੁਕੱਦਮਾ ਦਰਜ ਕਰਨ ਤੋਂ ਬਾਅਦ ਉਹ ਬੰਦੇ ਫੜੇ ਵੀ ਗਏ, 10-12 ਬੰਦੇ ਫੜੇ ਗਏ। ਕਰਨ ਘਮਾਨ ਨੂੰ ਚੰਡੀਗੜ੍ਹੋਂ ਫੜਿਆ, ਕੁਝ 4-5 ਦਿਨ ਹੋਏ ਆ, 7 ਦਿਨ ਦਾ ਪੁਲਿਸ ਰਿਮਾਂਡ ਸੀ ਤੇ ਉਸ ਤੋਂ ਬਾਅਦ ਅਜੇ ਪੇਸ਼ ਨਹੀਂ ਕੀਤਾ। ਇੱਕ ਪਾਸੇ ਉਹ ਆ ਸੁਸ਼ਾਸਨ ਬਾਬੂ ਜਿਹਦੇ ਤੇ ਹਮਲਾ ਕੀਤਾ ਗਿਆ ਮਾਰਨ ਦਾ, ਦੂਜੇ ਪਾਸੇ ਪੁੱਛਿਆ ਉਹਨੂੰ ਵੀ ਭਾਈ ਦਵਿੰਦਰ ਭੁੱਲਰ ਰਿਹਾ ਨਹੀਂ ਕਰਦੇ, ਅਸੀਂ ਤਾਂ ਨਹੀਂ ਜਾਣਦੇ, ਤੁਹਾਡੇ ਕੋਲ ਰੋਕਤੀ ਇੱਥੇ ਸੀ। ਤੁਹਾਨੂੰ ਪਤਾ ਹੋਏਗਾ ਜਿਹੜਾ ਜਰਨੈਲ ਸਿੰਘ ਪੱਤਰਕਾਰ ਸੀਗਾ, ਉਹਨੇ ਤਤਕਾਲੀ ਗ੍ਰਹਿ ਮੰਤਰੀ P ਚਿਦੰਬਰ ਨੂੰ ਦਿੱਤੀ ਛੁੱਟੀ ਸੀਗੀ। ਜਦੋਂ ਸਿਕਿਉਰਿਟੀ ਵਾਲੇ ਫੜ ਕੇ ਲੈ ਗਏ, ਤੌਲ ਤਫਾ ਕਰਨ ਲੱਗੇ ਤਾਂ ਉਹਨੇ ਪਿੱਛੋਂ ਆਵਾਜ਼ ਮਾਰ ਕੇ ਕਿਹਾ ਬਿਲਕੁਲ ਇਹਨੂੰ ਕੁਛ ਨਹੀਂ ਕਹਿਣਾ। ਇਹਦੀਆਂ ਭਾਵਨਾਵਾਂ ਨੇ, ਵਾਕਿਆ ਹੀ ਨਵੰਬਰ 1983 ਚ ਸਿੱਖਾਂ ਦਾ ਕਤਲੇਆਮ ਹੋਇਆ ਵਾ, ਸਿੱਖਾਂ ਨੇ ਜ਼ਿਆਦਤੀ ਹੋਈ ਆ, ਇਹਦੀਆਂ ਭਾਵਨਾਵਾਂ ਨੇ, ਅਸੀਂ ਉੱਤੇ ਗੌਰ ਫਰਮਾਈ ਨੂੰ ਛੱਡ ਦੇ ਨੂੰ ਕੁਛ ਨਹੀਂ ਕਹਿਣਾ। ਉਹਨੂੰ ਅਖਬਾਰ ਨੇ ਕੱਢ ਦਿੱਤਾ। ਉਦੋਂ ਬਾਅਦ ਫਿਰ ਉਹ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਤੇ ਬਕਾਇਦਾ ਤੌਰ ਤੇ ਜਿਹੜਾ ਸੀ ਉਹ MLA ਬਣਿਆ। ਉਸ ਤੋਂ ਬਾਅਦ ਕਹਾਣੀ ਵੱਖਰੀ ਹੋਈ, ਇਹਨਾਂ ਕੱਲ ਜੋੜਦੇ। ਹੁਣ ਇਹ P ਚਿਦੰਬਰ ਜਿਹੜਾ ਸੀ ਇੱਕ ਮੱਝਿਆ ਹੋਇਆ ਲੀਡਰ ਸੀਗਾ, ਉਹਨੇ ਕਹਿਤਾ ਇਹਨੂੰ ਕੁਛ ਨਹੀਂ ਕਹਿਣਾ ਜੀ। ਸੁਸ਼ਾਸਨ ਬਾਬੂ ਨੇ ਕਹਿਤਾ ਇਹਨੂੰ ਕੁਛ ਨਹੀਂ ਕਹਿਣਾ ਜੀ, ਇਹਦੀ ਮੁਸ਼ਕਲ ਦੂਰ ਕਰੋ ਜੀ। ਦੂਜੇ ਪਾਸੇ ਤੇ ਭਗਵੰਤ ਮਾਨ ਹੋਰੀ ਨੇ ਜਿਹੜੇ ਅਜੇ ਵੀ ਵਿਚਾਰਾਂ ਚ ਕਰੇ ਜਾਂਦੇ ਆ, ਸਿਆਸਤ ਨਾਲ ਘੱਟ ਕਰੇ ਜਾਂਦੇ ਹੋ ਜੀ। ਭਾਵੇਂ ਕਿ ਉਹਨਾਂ ਆਪਣੇ ਆਪ ਚ ਬਹੁਤ ਸੁਧਾਰ ਕੀਤਾ, ਥੋੜਾ ਬਹੁਤ ਸੁਧਾਰ ਕੀਤਾ ਉਹਨੇ ਜੀ। ਅੱਜ ਦੀ ਡੇਟ ਚ ਤੁਸੀਂ ਵੇਖੋ ਉਹਨਾਂ ਦੇ ਚਿਹਰੇ ਤੇ ਕੋਈ ਖੁਸ਼ੀ ਨਹੀਂ ਹੁੰਦੀ। ਅੱਗੇ ਉਹ ਜਿਵੇਂ ਕਹਿੰਦੇ ਧੱਫੇ ਮਾਰਨ ਗੱਲਾਂ ਕਰਦੇ, ਉਹ ਨਹੀਂ ਕਰਦੇ, ਕੰਮ ਦੀ ਗੱਲ ਕਰਦੇ। ਅਫਸਰ ਵੀ ਦੁਖੀ ਆ ਕਿ ਕਿਸੇ ਵੀ ਅਫਸਰ ਨਾਲ ਲੰਮੀ ਮੀਟਿੰਗ ਨਹੀਂ ਕਰਦੇ, 10-15 ਮਿੰਟ ਮੀਟਿੰਗ ਕੀਤੀ, ਗੱਲ ਕੰਮ ਦੱਸਿਆ, ਜਾਓ ਜੀ। ਇਸ ਕਰਕੇ ਭਗਵੰਤ ਮਾਨ ਨੂੰ ਚਾਹੀਦਾ ਸੀ ਵੀ ਪਰਚਾ ਕੈਂਸਲ ਕਰਾਉਂਦੇ ਭਾਈ, ਉਹਨਾਂ ਦੀ ਭਾਵਨਾਵਾਂ ਸੀ ਦਵਿੰਦਰਪਾਲ ਭੁੱਲਰ ਨੂੰ ਰਿਹਾ ਕਰੋ, ਅਜੇ ਵੀ ਮੌਕਾ ਵਾ, ਅਜੇ ਵੀ ਤੁਸੀਂ ਸਰਕਾਰ ਹੋ, ਇਹ ਪਰਚਾ ਕੈਂਸਲ ਕਰਾ ਕੇ ਤੇ ਉਹਨਾਂ ਬੰਦਿਆਂ ਸਾਰੇ ਫੜੇ ਹੋ ਰਿਹਾ ਕਰਾਓ, ਤੁਹਾਡੀ ਭਲਾਈ ਇਹਦੇ ਵਿੱਚ ਜੀ। ਨਹੀਂ ਸੁਸ਼ਾਸਨ ਬਾਬੂ ਤੇ P ਚਿਦੰਬਰ ਕੋ ਸਿੱਖ ਸਭ ਸਿੱਖ ਜੀ। ਪੜੀ ਸਾਹਿਬ ਸਾਡੇ ਨਾਲ ਕਾਲਰ ਨੇ ਜੀ, ਅਸੀਂ ਲੈਂਦੇ ਕਾਲ ਆਨ ਦੀ ਏਅਰ, ਤੁਸੀਂ ਵੀ ਹੁਣ ਕਾਲ ਕਰ ਸਕਦੇ ਹੋ 905 813 1320 905 813 1320। ਪਹਿਲੀ ਕਾਲ ਆਨ ਦੀ ਏਅਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਵੀਰ ਜੀ। ਹਾਂਜੀ, ਮੈਂ ਭੱਟੀ ਸਾਹਿਬ ਨੂੰ ਪੁੱਛਣਾ ਸੀ ਵੀ ਜੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਮਿਲ ਜਾਂਦਾ ਆਪਾਂ ਨੂੰ ਪੰਜਾਬ ਦੀ ਰਾਜਧਾਨੀ ਲਈ, ਤਾਂ ਆਪਾਂ ਨੂੰ ਉਹਦਾ ਕੀ ਫਾਇਦਾ ਤੇ ਆਪਾਂ ਉਹਦੀ ਇੰਨੀ ਸਾਫ਼ ਸਫਾਈ ਤੇ ਬਿਊਟੀ ਕਾਇਮ ਰੱਖ ਸਕਾਂਗੇ? ਕੀ ਹੈ ਉਹਦਾ ਚੱਕਰ ਦੱਸ ਸਕਦੇ ਆ? ਤੁਹਾਡਾ ਸਵਾਲ ਬਿਲਕੁਲ ਵੈਲਿਡ ਬਿਲਕੁਲ ਵੈਲਿਡ। ਬਿਲਕੁਲ। ਜਦੋਂ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਗਿਆ ਸੀ 1996, ਕੇਂਦਰ ਨੂੰ ਦਿੱਤਾ ਗਿਆ ਸੀ, ਕਿਉਂ ਦਿੱਤਾ ਗਿਆ ਸੀ? ਕਿਉਂਕਿ ਉਦੋਂ ਚੰਡੀਗੜ੍ਹ ਦਾ ਫੈਸਲਾ ਵੀ ਹੋ ਗਿਆ ਤੇ ਉਦੋਂ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ ਸੀ ਕਿ ਇਹ ਕੇਂਦਰੀ ਸ਼ਾਸਿਤ ਪ੍ਰਿੰਸੀਪਲ ਬਣਾ ਦਿੱਤਾ ਗਿਆ। ਉਸ ਤੋਂ ਬਾਅਦ ਅੱਜ ਤੱਕ ਚੰਡੀਗੜ੍ਹ ਦਾ ਫੈਸਲਾ ਹੋ ਚੁੱਕਿਆ। ਅੱਜ ਦੀ ਡੇਟ ਦੇ ਵਿੱਚ ਚੰਡੀਗੜ੍ਹ ਲੈ ਕੇ ਪੰਜਾਬੀਆਂ ਨੇ ਕਰਨਾ ਕਿ ਚਿੱਟਾ ਹਾਥੀ ਹੈ, ਖਰਚਾ ਹੀ ਖਰਚਾ, ਉੱਥੇ ਕੁਛ ਨਹੀਂ ਨਾ ਬਣਾ ਉੱਥੇ। ਹਾਲੀ ਕੇ 50 ਪਿੰਡ ਪੰਜਾਬ ਦੇ ਉਜਾੜ ਕੇ ਬਣਾਇਆ ਗਿਆ। ਪੁਆਧ ਵਾਲਿਆਂ ਦੇ ਉਹਨਾਂ ਵਿਜਨ ਪੁੱਛੋ, ਪੁਆਧ ਵਾਲਿਆਂ ਨੇ ਵੀ ਤੁਹਾਡੇ ਪਿੰਡ ਉਜਾੜ ਕੇ ਬਣਾਇਆ ਕਿ ਨਹੀਂ ਬਣਾਇਆ। ਉਸ ਤੋਂ ਬਾਅਦ ਕੀ ਕੀਤਾ, ਚੰਡੀਗੜ੍ਹ ਦਾ ਸੀ ਖੜਾ ਛੱਡਤਾ, ਹਰਿਆਣੇ ਨੇ ਖੜਾ ਛੱਡਤਾ। ਹਰਿਆਣੇ ਵਾਲੇ ਆਪਣਾ ਪੰਚਕੂਲਾ ਡਿਵੈਲਪ ਕਰ ਲਿਆ, ਅਸੀਂ ਮੋਹਾਲੀ ਨੂੰ ਡਿਵੈਲਪ ਕਰ ਲਿਆ। ਅੱਜ ਮੋਹਾਲੀ ਵੱਧ ਡਿਵੈਲਪ ਹੋ ਗਈ, ਉੱਥੇ ਪੰਚਕੂਲਾ ਵੱਧ ਡਿਵੈਲਪ ਹੋ ਗਿਆ ਵਾ। ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮਿਲਦਾ ਤੇ ਬਹੁਤ ਚੰਗੀ ਗੱਲ, ਬਿਨਾਂ ਛੱਟ ਮਿਲਦਾ, ਬਿਨਾਂ ਪੈਸੇ ਤੇ ਮਿਲਦਾ, ਫਿਰ ਤੇ ਠੀਕ ਆ ਜੀ। ਜੇ ਛੱਟਾਂ ਤਹਿਤ ਮਿਲਦਾ ਤੇ ਮੈਂ ਸੋਚਦਾ ਵੀ ਲੈਣ ਦਾ ਕੋਈ ਫਾਇਦਾ ਨਹੀਂ, ਉਹਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਰਹਿਣ ਦਿੱਤਾ ਜਾਵੇ। ਵੈਸੇ ਤੇ ਬਕਾਇਦਾ ਤੌਰ ਤੇ ਹੁਣ ਸਿੱਧਾ ਰਸਤਾ ਕਰ ਦਿੱਤਾ ਕੇਂਦਰ ਨੇ, ਭਾਈ ਤੁਹਾਨੂੰ ਪੰਜਾਬ ਵਾਲਿਆਂ ਨੂੰ ਤੇ ਹਰਿਆਣੇ ਵਾਲਿਆਂ ਨੂੰ ਚੰਡੀਗੜ੍ਹ ਨਹੀਂ ਮਿਲਣਾ।
ਹਰਿਆਣੇ ਵਾਲਿਆਂ ਲੈਣਾ ਨਹੀਂ ਕੋਈ ਸਰਕਾਰ, ਉੱਥੇ ਬੀਜੇਪੀ ਦੇ, ਇੱਥੇ ਬੀਜੇਪੀ ਨਾਲ ਬੋਲਣਾ ਹੀ ਨਹੀਂ। ਸਾਡੇ ਉਹ ਵੀਰ ਬੋਲਣ ਲੱਗੇ ਨੇ ਕਾਲੀ ਅੱਜ ਅਸੀਂ ਰਾਸ਼ਟਰਪਤੀ ਤੋਂ ਮੰਗ ਪੱਤਰ ਦਿਆਂਗੇ। ਭਗਵੰਤ ਮਾਨ ਬਕਾਇਦਾ ਤੌਰ ਤੇ ਸਰਬ ਪਾਰਟੀ ਮੀਟਿੰਗ ਸੱਦੇ, ਇੱਥੇ ਆਪਾਂ ਸੰਘਰਸ਼ ਸ਼ੁਰੂ ਕਰੀਏ। ਇਦਾਂ ਨਹੀਂ ਗੱਲ ਬਣੀ। ਤੁਸੀਂ ਵੀਰ ਜੀ 15 ਸਾਲ ਸੱਤਾ 'ਚ ਰਹੇ ਹੋ, ਲਗਾਤਾਰ 10 ਸਾਲ ਸੱਤਾ 'ਚ ਰਹੇ ਹੋ, ਤੁਹਾਡੇ ਨਾਲ ਤੁਹਾਡੀ ਆਪਣੀ ਬੀਜੇਪੀ ਸੱਤਾ 'ਚ ਨਾਲ ਰਹੀ ਹੈ, ਜਿਹੜੀ ਸਭ ਕੁਝ ਕਰਨ ਦੇ ਸਮਰਥ ਸੀ। ਉਦੋਂ ਤੁਸੀਂ ਚੰਡੀਗੜ੍ਹ ਦੀ ਬਾਤ ਨਹੀਂ ਪਾਈ, ਉਦੋਂ ਚੰਡੀਗੜ੍ਹ ਦਾ ਤੁਸੀਂ ਨਾਂ ਨਹੀਂ ਲਿਆ। ਅੱਜ ਕੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਚੰਡੀਗੜ੍ਹ ਜਿਸ ਤਰੀਕੇ ਕਿਲਾ ਮੇਕ ਠੋਕ ਦਿੱਤੇ ਗਏ ਨੇ ਅਮਿਤ ਸ਼ਾਹ ਨੇ, ਉੱਥੋਂ ਦੇ ਮੁਲਾਜ਼ਮਾਂ ਦੀ ਇਹ ਮੰਗ ਸੀ ਕਿ ਸਾਨੂੰ ਕੇਂਦਰ ਨਾਲ ਜੋੜਿਆ ਜਾਵੇ, ਸਾਨੂੰ ਜਿਹੜੀਆਂ ਸਹੂਲਤਾਂ ਜਿਹੜੀਆਂ ਸਾਡੇ ਜਿਹੜੇ ਕਾਨੂੰਨ ਆ ਉਹ ਕੇਂਦਰ ਦੇ ਲਾਗੂ ਕੀਤੇ ਜਾਣ, ਜਿਹੜੀ ਤਨਖਾਹ ਜਿਹੜੀ ਉਹ ਕੇਂਦਰ ਦੇ ਮੁਤਾਬਕ ਦਿੱਤੀ ਜਾਵੇ। ਤੇ ਉਹਨਾਂ ਮੰਗਾਂ ਮੰਨਦੀ ਉਹਨਾਂ ਦੀ ਮੁਲਾਜ਼ਮਾਂ ਦੀਆਂ। ਉਹਨਾਂ ਮੁਲਾਜ਼ਮਾਂ ਨੇ ਬਕਾਇਦਾ ਤੌਰ ਤੇ ਭੰਗੜੇ ਪਾਏ ਨੇ, ਢੋਲ ਵਜਾਏ ਨੇ, ਨਗਾਰੇ ਖੜਕਾਏ ਨੇ ਕਿ ਸਾਡੀ ਜਿਹੜੀ ਪੁਰਾਣੀ ਮੰਗ ਸੀ, ਬੜੀ 10-12 ਸਾਲ ਸਾਡੀ ਪੁਰਾਣੀ ਮੰਗ ਸੀ, ਉਹ ਪ੍ਰਵਾਨ ਕਰ ਲਈ ਕੇਂਦਰ ਸਰਕਾਰ ਨੇ। ਉਹਨਾਂ ਕਿੱਲ ਠੋਕਦੇ ਭਾਈ ਚੰਡੀਗੜ੍ਹ ਤੁਹਾਨੂੰ ਨਹੀਂ ਮਿਲਣਾ, ਇਹ ਕੇਂਦਰੀ ਸ਼ਾਸਿਤ ਪ੍ਰਦੇਸ਼ ਨੂੰ ਰਹਿਣ ਦਿਓ। ਤੁਸੀਂ ਪੰਜਾਬ ਚੋਂ ਜਾਂਦੇ ਚੰਡੀਗੜ੍ਹ ਐਂਟਰ ਕਰਦੇ ਹੋ, ਤੁਸੀਂ ਆਪਣੀ ਗੱਡੀ ਦੀ ਸਪੀਡ ਵੀ ਸਹੀ ਕਰ ਲੈਂਦੇ ਹੋ, ਬੈਲਟ ਵੀ ਲਾ ਲੈਂਦੇ ਹੋ, ਜੇ ਰਾਤ ਨੂੰ ਚੱਲਦੇ ਹੋ ਤੁਸੀਂ ਲੋ ਬੀਮ ਵੀ ਵਰਤਦੇ ਹੋ ਜੀ, ਤੇ ਪੰਜਾਬ 'ਚ ਕਿਉਂ ਨਹੀਂ ਜੀ? ਇਸ ਕਰਕੇ ਚੰਡੀਗੜ੍ਹ ਨੂੰ ਚੰਡੀਗੜ੍ਹ ਰਹਿਣ ਦਿਓ, ਕੋਈ ਫਾਇਦਾ ਨਹੀਂ ਲੈਣ ਦਾ, ਹੁਣ ਸਿਰਫ ਖਰਚਾ ਹੀ ਖਰਚਾ ਹੈਗਾ, ਹੋਰ ਕੁਛ ਨਹੀਂ ਜੀ। ਜੀ ਲੈਂਦੇ ਨੈਕਸਟ ਕਾਲ ਆਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ। ਜੀ ਅਰਸ਼ੀ ਪੱਟੀ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ ਪਿਛਲੇ 75 ਸਾਲ ਜਿਹੜੇ ਲੀਡਰ ਸਾਡੇ ਹੱਸਦੇ ਰਹੇ ਤੇ ਲੋਕ ਰੋਂਦੇ ਰਹੇ, ਹੁਣ ਲੋਕ ਹੱਸ ਰਹੇ ਨੇ ਤੇ ਲੀਡਰ ਰੋ ਰਹੇ ਨੇ। ਹਾਈ ਪੈਨਸ਼ਨ ਹਾਈ ਪੈਨਸ਼ਨ, ਇੱਥੇ ਆਪਣਾ ਥੋੜਾ ਜਿਹਾ ਵਿਚਾਰ ਦਿਓ। ਇੱਕ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਗੁੱਜਰ ਬਸ ਪਿੰਡ ਦੀ ਕੋਈ ਲੜਾਈ ਆ, ਕਾਫੀ ਜਥੇਬੰਦੀਆਂ ਉੱਥੇ ਜਾ ਰਹੀਆਂ, ਇਹਨਾਂ ਬਾਰੇ ਜੇ ਕੋਈ ਤੁਹਾਡੇ ਕੋਲ ਕੋਈ ਵਿਸਤਾਰ ਹੋਵੇ ਤਾਂ ਦੱਸਣਾ ਜੀ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ ਜੀ। ਉਹ ਨੈਤਪੁਰਾ ਪਿੰਡ ਆ ਜੀ, ਗੁੱਜਰਾਂ ਦੀ ਤੇ ਬਕਾਇਦਾ ਤੌਰ ਤੇ ਜ਼ਿਮੀਂਦਾਰਾਂ ਦੀ ਮਾੜੀ ਮੋਟੀ ਤਤਕਾਰ ਹੋਇਆ ਤੇ ਜਿਹੜੇ ਜੱਟ ਸੀ ਉਹਨਾਂ ਦੇ 2 ਗੁੱਜਰ ਮਾਰ ਦਿੱਤੇ। ਹੁਣ 2 ਕਤਲ ਹੋਏ ਨੇ, ਪੁਲਿਸ ਨੇ ਬਕਾਇਦਾ ਮੁਕੱਦਮਾ ਦਰਜ ਕੀਤਾ ਵਾ। ਉਹ ਆਪਣੇ ਘਰਾਂ 'ਚ ਭਗੌੜੇ ਨੇ, ਬੂਹੇ ਬੰਦ ਕੀਤੇ ਨੇ, ਪੁਲਿਸ ਬੈਠੀ ਆ, ਡੰਗਰ ਭੁੱਖੇ ਮਰਨ ਡਏ ਨੇ। ਪਹਿਲੀ ਗੱਲ ਤਾਂ ਵੇਖੋ ਵੀਰ, ਜੇ ਅਸੀਂ ਕਿਸੇ ਨੂੰ ਜ਼ਿੰਦਗੀ ਦੇ ਨਹੀਂ ਸਕਦੇ, ਸਾਨੂੰ ਕਿਸੇ ਜ਼ਿੰਦਗੀ ਖੋਹਣ ਦਾ ਵੀ ਅਧਿਕਾਰ ਨਹੀਂ ਹੈ। ਤੁਹਾਡੀ ਲੜਾਈ ਹੋਈ ਆ, ਡਾਂਗ ਸੁੱਟਾ ਖੜਕਿਆ, ਕੋਈ ਸੱਟ ਪਿੱਟ ਲੱਗੀ ਤੇ ਬੰਦਾ ਠੀਕ ਹੋ ਜਾਂਦਾ, ਉਹਦੇ ਕੰਪਰੋਮਾਈਜ਼ ਵੀ ਹੋ ਜਾਂਦੇ ਆ। ਹੁਣ ਤੁਸੀਂ ਆਪ ਸਿਆਣੇ ਵੀ ਕੀ ਪੁਲਿਸ ਉਹ ਕੇਸ ਰੱਦ ਕਰ ਦੇਵੇ ਜਿਹੜਾ 2 ਕਤਲ ਹੋਏ ਨੇ, ਸ਼ਰੇਆਮ ਕਤਲ ਹੋਏ ਨੇ। ਇਸ ਕਰਕੇ ਇਹ ਗੁੱਜਰ ਜੇ ਥੋੜੀ ਗਿਣਤੀ 'ਚ ਹੈਗੇ ਨੇ ਉੱਥੇ ਇਹ ਕਰਦੇ ਕੀ ਨੇ? ਗੁੱਜਰਾਂ ਨੇ ਫਰਜ਼ ਕੀਤਾ ਅੱਧਾ ਕਿੱਲਾ ਜਗ੍ਹਾ ਲੈਣੀ ਉਹਨਾਂ ਨਹਿਰ ਦੇ ਨਾਲ, ਤੇ ਨਹਿਰ ਦੇ ਨਾਲ ਬਕਾਇਦਾ ਤੌਰ ਤੇ ਪਟੜੀ ਨਾਲ ਜੋੜ ਲੈਣੀ ਹੈ, ਜਿਹਦੇ ਤੇ ਉਹਨਾਂ ਆਪਣੀ ਪਰਾਲੀ ਰੱਖ ਲੈਣੀ ਆ, ਬੱਝਾ ਪਾਲਦੇ ਤੇ ਕੰਮ ਕਰਦੇ ਆਪਣਾ, ਕੋਈ ਠੱਗੀ ਨਹੀਂ ਮਾਰਦੇ। ਉੱਥੇ ਸਮਾਨ ਰੱਖ ਲੈਣਾ ਆਪਣਾ ਉਹਨਾਂ ਨੇ, ਉੱਥੇ ਹੀ ਉਹਨਾਂ ਸਾਰਾ ਕੁਛ ਕਰਨਾ ਵਾ। ਇਸ ਕਰਕੇ ਉਹ ਕਤਲ 2 ਹੋਏ ਨੇ। ਅਸੀਂ ਤੇ ਕਹਿੰਦੇ ਵੀ ਜੇ ਉਹ ਗਲਤ ਹੋਇਆ, ਜੇ ਗੁੱਜਰਾਂ ਨੇ ਕੋਈ ਗਲਤੀ ਕੀਤੀ ਤੇ ਜਾਂਚ ਕਰ ਲਓ। ਹੁਣ ਪੁਲਿਸ ਨੇ ਜੇ ਕੇਸ ਵਿੱਚ ਕੀਤਾ, ਜਾਂਚ ਕਰਕੇ ਕੀਤਾ, ਲੇਕਿਨ ਇਹ ਨਹੀਂ ਵੀ ਤੁਸੀਂ ਡੰਗਰਾਂ ਨਾਲ ਭੁੱਖੇ ਮਾਰ ਦਿਓ, ਕਿਸੇ ਨਾ ਕਿਸੇ ਨੂੰ ਪੱਠੇ ਪਾਉਣ ਦਿਓ। ਜਿਹੜੇ ਕੋਈ ਦੋਸ਼ੀ ਹੈਗੇ ਜਿਹਨੇ ਪਰਚਾ ਦਰਜ ਕਰਕੇ ਪੇਸ਼ ਅਦਾਲਤ ਜਾ ਕੇ ਆਪਣੇ ਨਿਰਦੋਸ਼ ਸਾਬਤ ਕਰੋ ਵੀ ਦੋਸ਼ੀ ਨਹੀਂ ਹੈਗੇ। ਭੱਜਿਆ ਕਿੰਨਾ ਚਿਰ ਭੱਜੇ ਰਹੋ। ਇਸ ਕਰਕੇ ਜਥੇਬੰਦੀਆਂ ਜਿਸ ਗਈਆਂ ਉੱਥੇ ਵੀ ਇਹਨਾਂ ਜੱਟਾਂ ਦਾ ਧੱਕਾ ਹੋ ਰਿਹਾ, ਲੇਕਿਨ ਜੋ ਸੱਚਾਈ ਤੁਹਾਨੂੰ ਦੱਸੀ ਵੀ ਬੰਦੇ 2 ਮਰੇ ਨੇ, ਕਤਲ ਹੋਏ ਨੇ। ਸਾਨੂੰ ਨਹੀਂ ਪਤਾ ਉਹਨਾਂ ਮਾਰੇ ਕਿ ਨਹੀਂ ਮਾਰੇ, ਨਹੀਂ ਮਾਰੇ ਤੇ ਆਪਣੇ ਆਪ ਨੂੰ ਪੇਸ਼ ਕਰਕੇ ਦੱਸੋ ਤੁਸੀਂ ਨਹੀਂ ਮਾਰੇ, ਸਾਬਤ ਨਿਰਦੋਸ਼ ਕਰੋ। ਤੁਸੀਂ ਭੱਜਣ ਦਾ ਕੋਈ ਫਾਇਦਾ ਨਹੀਂ ਜੀ। 905 813 1320 ਲਾਈਨਾਂ ਫਲੈਸ਼ ਕਰ ਰਹੇ ਸਨ। ਅਸੀਂ ਬੇਨਤੀ ਕਰਦੇ ਕਾਲਰਸ ਨੂੰ ਕਿ ਥੋੜਾ ਜਿਹਾ ਪੇਸ਼ੈਂਸ ਰੱਖ ਤੇ ਹੋਲਡ ਕਰ ਲੈਣ। 905 813 1320। ਮੀਡੀਆ ਹਾਊਸ ਵੱਲੋਂ ਮਿਸ ਪੰਜਾਬਣ ਬਣਨ ਵਾਲੀਆਂ ਕੁੜੀਆਂ ਨਾਲ ਕੀਤੀ ਗਈ ਛੇੜਛਾੜ। ਪੜੀ ਸਾਹਿਬ ਇਹਦਾ ਕੀ ਖਬਰ ਆਈ ਹੈ ਜੀ? ਇਹਨਾਂ ਦੇ ਗਾਂ ਅੱਗੇ ਕਈ ਸਲੋਟ ਨੇ, ਇੱਕ ਪੰਜਾਬੀ ਸਲੋਟ, ਪੰਜਾਬ ਸਲੋਟ ਆ। ਇਹ ਹਰ ਸਾਲ ਇੱਕ ਐਡੀਸ਼ਨ ਕਰਦੇ ਜਿਸ ਮਿਸ ਪੰਜਾਬਣ ਚੁਣਦੇ, ਪਿਛਲੇ 30 ਸਾਲਾਂ ਤੋਂ ਕਰਦੇ ਆ ਰਹੇ ਨੇ। ਐਤਕੀ ਕੀ ਹੋਇਆ ਕਿ ਕੁਝ ਕੁੜੀਆਂ ਨੇ ਅਪਲਾਈ ਕੀਤਾ, ਜਦੋਂ ਮੈਂ ਅਖਬਾਰ 'ਚ ਇਸ਼ਤਿਹਾਰ ਦਿੱਤਾ ਤੇ ਕੁਝ ਕੁੜੀਆਂ ਨੇ ਬੁਲਾ ਲਈਆਂ ਉੱਥੇ ਚੰਡੀਗੜ੍ਹ ਜੀ, ਮੋਹਾਲੀ ਦੇ ਵਿੱਚ ਇੱਕ ਰੈਜ਼ੀਡੈਂਟ ਹੋਟਲ ਹੈਗਾ 74 ਨੰਬਰ ਸੈਕਟਰ ਦੇ ਵਿੱਚ। ਉੱਥੇ ਉਹਨਾਂ ਕੁੜੀਆਂ ਨੂੰ ਰੱਖਿਆ। 10 ਮਾਰਚ ਤੋਂ ਲੈ ਕੇ 15 ਮਾਰਚ ਤੱਕ ਐਡੀਸ਼ਨ ਚੱਲਿਆ।
ਐਡੀਸ਼ਨ ਚੱਲਣ ਤੋਂ ਬਾਅਦ ਉਹ ਕੁੜੀਆਂ ਨੇ, ਇੱਕ ਕੁੜੀ ਨੇ ਆਪਣੇ ਫਾਦਰ ਨੂੰ ਫੋਨ ਕੀਤਾ ਕਿ ਸਾਨੂੰ ਕੈਦੀ ਬਣਾ ਕੇ ਰੱਖਿਆ ਤੇ ਸਾਡੇ ਨਾਲ ਬੜਾ ਬਿਹੇਵੀਅਰ ਗਲਤ ਕੀਤਾ ਜਾਂਦਾ। ਅੱਛਾ। ਉਹਦੇ ਫਾਦਰ ਨੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਕੰਟੈਕਟ ਨਹੀਂ ਹੋਇਆ। ਉਹਨੇ ਪੁਲਿਸ ਤੇ ਗਿਆ, ਪੁਲਿਸ ਗੱਲ ਸੁਣਨ ਲਈ ਤਿਆਰ ਨਹੀਂ ਸੀ ਤੇ ਉਹਨੇ ਸਿੱਧੀ ਹਾਈ ਕੋਰਟ 'ਚ ਪਟੀਸ਼ਨ ਪਾ ਦਿੱਤੀ। ਹਾਈ ਕੋਰਟ ਨੂੰ ਸੀਰੀਅਸਲੀ ਲਿਆ। ਇਮੀਡੀਏਟਲੀ ਉਹਨਾਂ ਵਾਰੰਟ ਅਫਸਰ ਨਿਯੁਕਤ ਕੀਤਾ ਤੇ ਉੱਥੇ ਭੇਜੇ, ਆਪਣਾ ਵਾਰੰਟ ਅਫਸਰ ਭੇਜਿਆ। ਹੁਣ ਵਾਰੰਟ ਅਫਸਰ ਗਿਆ ਸੀ, ਪੁਲਿਸ ਗਈ ਸੀ, ਕੁੜੀਆਂ ਤਾਂ ਛੱਡਣੀਆਂ ਪਈਆਂ ਸੀ। ਕੁੜੀਆਂ ਰਿਹਾ ਕੀਤੀਆਂ ਤੇ ਇੱਕ ਕੁੜੀ ਨੇ ਦੱਸੀ ਕਿ ਸਾਡੇ ਨਾਲ ਇੱਥੇ ਬਦਤਮੀਜ਼ੀ ਕੀਤੀ ਜਾਂਦੀ, ਸਾਡਾ ਸ਼ੋਸ਼ਣ ਕੀਤਾ ਜਾਂਦਾ ਸੀ। ਮੈਂ ਸ਼ੋਸ਼ਣ ਦਾ ਜਦੋਂ ਵਿਰੋਧ ਕੀਤਾ ਤੇ ਮੈਂ ਆਪਣਾ ਸ਼ੋਸ਼ਣ ਨਹੀਂ ਹੋਣ ਦੇਣਾ ਤੇ ਮੈਨੂੰ ਉਹ ਕਹਿੰਦੇ ਕਿ ਤੂੰ ਜਾ ਸਕਦੀ ਆ 15 ਲੱਖ ਰੁਪਇਆ ਦੇ ਕੇ, ਤੇਰੇ ਤੇ ਅਸੀਂ ਬਹੁਤ ਖਰਚ ਕਰਤਾ। ਉਹ ਕਹਿੰਦੀ ਖਰਚ ਕਰਤੇ ਕੀਤਾ 4 ਦਿਨ ਮੈਨੂੰ ਆਇਆ ਨੂੰ, ਹੁਣ ਖਰਚ ਮੈਂ ਤੁਸੀਂ ਕਦੋਂ ਕਰਤਾ। ਚਲੋ ਉਹਨੇ ਉੱਤੇ ਦੋਸ਼ ਲਾਏ ਇਹਨਾਂ ਦੇ ਉੱਤੇ ਵੀ ਇਹਨਾਂ ਦੇ ਡਾਇਰੈਕਟਰ, ਇਹਨਾਂ ਦੇ ਅਧਿਕਾਰੀ ਉੱਥੇ ਕੁੜੀਆਂ ਨੂੰ ਭੇਜਦੇ ਸੀਗੇ, ਨਾਲ ਇਹਨਾਂ ਦੇ ਵੱਡੇ ਵੱਡੇ ਜਿਹੜੇ ਲੀਡਰ ਸੀਗੇ ਜਾਂ ਵੱਡੇ ਵੱਡੇ ਆਗੂ ਜਿਹੜੇ ਮਾਹਰਧਾਰੀ ਬੰਦੇ ਸੀਗੇ ਉਹਨਾਂ ਨੂੰ ਸਪਲਾਈ ਕਰਦੇ ਸੀ। ਕੀ ਕਰਦੇ ਕੀ ਨਹੀਂ ਪਤਾ। ਉਹ ਬੀਬੀ ਦੇ ਇਲਜ਼ਾਮ ਨੇ, ਬਕਾਇਦਾ ਤੌਰ ਤੇ ਥਾਣੇ 'ਚ ਇਹ ਸਾਰੀ FI ਦਰਜ ਹੋਈ ਹੈ। ਇੱਕ ਕੋਈ ਨੈਂਸੀ ਘੁੰਮਣ ਹੈਗੀ ਹੈ, ਇੱਕ ਨਿਹਾਰਕਾ ਹੈਗੀ ਹੈ, ਇੱਕ MD ਹੈਗਾ, ਇੱਕ ਭੁਪਿੰਦਰ ਹੈਗਾ। ਇਹ 7 ਬੰਦੇ ਨੇ FI ਦਰਜ ਹੋਈ ਹੈ, ਬਾਕੀ ਅਣਪਛਾਤੇ। ਹੁਣ ਉਹਦੀ ਜਾਂਚ ਚੱਲ ਰਹੀ ਹੈ। ਜਾਂਚ ਚੱਲਣ ਤੋਂ ਬਾਅਦ ਬੰਦੇ ਤੇ ਫੜेंगे। ਅਜੇ ਤੱਕ ਬੰਦੇ ਫੜੇ ਜਾਣਗੇ ਫਿਰ ਸੱਚਾਈ ਸਾਹਮਣੇ ਆਊਗੀ ਜੀ। ਲੇਕਿਨ ਹਾਈ ਕੋਰਟ ਤੇ ਬਹੁਤ ਸਖਤ ਆ, ਉਹਨੂੰ ਆਪਣਾ ਮੂੰਹ ਖੋਲਣਾ ਚਾਹੀਦਾ। ਧਾਰਾ 341, 342, 343 ਇਹਦਾ ਮਤਲਬ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣਾ। 328 ਹੁੰਦਾ ਪਾਣੀ ਵਿੱਚ ਮਿਲਾ ਕੇ, ਜਦ ਤੂੰ ਮਿੱਠੇ 'ਚ ਮਿਲਾ ਕੇ ਉਸ ਚੀਜ਼ ਤੇ ਨਸ਼ੀਲੀ ਚੀਜ਼ ਦੇਣੀ। ਉਹ ਕੁੜੀਆਂ ਕਹਿੰਦੀਆਂ ਸਾਨੂੰ ਪਾਣੀ ਦੀ ਬੋਤਲ ਦਿੱਤੀ ਖੁੱਲੀ ਹੁੰਦੀ ਸੀ, ਉਹ 'ਚ ਕੋਈ ਨਸ਼ੀਲੇ ਪਦਾਰਥ ਪਾਉਂਦੇ ਸੀ, ਪੀਂਦੀਆਂ ਨਹੀਂ ਸੀ ਕਰਕੇ ਕਿ ਸਾਡੇ ਨਾਲ ਜ਼ਿਆਦਤੀ ਨਾ ਕਿਤੇ ਹੋ ਜਾਵੇ। 420 ਦਾ ਕੇਸ ਦਰਜ ਹੋਇਆ ਧੋਖਾਧੜੀ ਦਾ। 120 ਕਿ ਇਹ 4 ਬੰਦਿਆਂ ਤੋਂ ਵੱਧ ਸਾਜ਼ਿਸ਼ ਸ਼ਾਮਲ ਹੈਗੇ ਨੇ। ਇਹਨਾਂ ਸਾਰਿਆਂ ਤੇ ਧਰਾਵਾਂ ਲੱਗੀਆਂ, 10 ਧਰਾਵਾਂ ਟੁੱਟ ਲੱਗੀਆਂ ਨੇ। ਹੁਣ ਜਿਹੜੇ ਉਹਨਾਂ ਦੇ ਹੈਗੇ ਨੇ ਨਰਾਇਣਨ MD, ਉਹ ਕਹਿੰਦੇ ਸਾਜ਼ਿਸ਼ ਸਾਨੂੰ ਬਦਨਾਮ ਕਰਦੀ। ਅਸੀਂ ਪਿਛਲੇ 30 ਸਾਲ ਤੋਂ ਆਡੀਸ਼ਨ ਕਰਦੇ ਆਏ ਹਾਂ, ਸਾਡੀ ਤਾਂ ਕੋਈ ਸ਼ਿਕਾਇਤ ਹੀ ਨਹੀਂ ਹੈਗੀ। ਇਹ ਸਾਜ਼ਿਸ਼ ਹੈ ਕੋਈ। ਅਸੀਂ ਕਹਿੰਦੇ ਕਿ ਸਾਜ਼ਿਸ਼ ਤੇ ਬਿਲਕੁਲ ਲੰਘੀ ਹੋਣੀ ਚਾਹੀਦੀ ਹੈ। ਜੇ ਉਹ ਕੁੜੀ ਨੇ ਗਲਤ ਕੀਤਾ ਜਾਂ ਤੁਸੀਂ ਗਲਤ ਕੀਤਾ, ਜਿਹਨੇ ਗਲਤ ਕੀਤਾ ਉਹਦੇ ਖਿਲਾਫ ਕਾਰਵਾਈ ਤੁਸੀਂ ਆਪਣੇ ਲੈਵਲ ਤੇ ਕੋਈ ਕਰ ਰਹੇ ਕਿ ਨਹੀਂ ਕਰ ਰਹੇ ਜੀ। 905 813 1320 905 813 1320 ਤੇ ਤੁਸੀਂ ਕੋਈ ਵੀ ਗੱਲਬਾਤ ਕਰ ਸਕਦੇ ਹੋ। ਬੰਗਾਲ ਦੇ ਵਿਧਾਨ ਸਭਾ ਵਿੱਚ TMC ਦੇ ਵਿਧਾਇਕ ਆਪਸ ਵਿੱਚ ਭਿੜੇ, ਇਹਦੀ ਗੱਲਬਾਤ ਬੜੀ ਸਾਹਿਬ। ਬੰਗਾਲ ਜਿਹੜੀ ਇਨਕਲਾਬੀ ਧਰਤੀ ਹੈ, ਜਦੋਂ ਵੀ ਕੋਈ ਜੰਗ ਸ਼ੁਰੂ ਹੁੰਦੀ ਹੈ ਉਹ ਬੰਗਾਲ ਤੋਂ ਤੇ ਪੰਜਾਬ ਤੋਂ ਸ਼ੁਰੂ ਹੁੰਦੀ। ਦੋਵੇਂ ਸੂਬੇ ਜਿਹੜੀ ਹਿੰਦੁਸਤਾਨ ਦੀ ਭਾਰਤ ਦੀ ਪ੍ਰਯੋਗਸ਼ਾਲਾ ਨੇ। ਪੰਜਾਬ ਦੇ ਵਿੱਚ ਕੋਈ ਟੈਸਟਿੰਗ ਕਰਨੀ ਹੈ ਨਾ, ਉਹ ਪਹਿਲਾਂ ਪੰਜਾਬ 'ਚ ਕੀਤੀ ਜਾਂਦੀ ਹੈ। ਜੇ ਪੰਜਾਬ 'ਚ ਉਹ ਕਾਮਯਾਬ ਹੋ ਗਈ ਫਿਰ ਸੋਚਦੇ ਕਿ ਸਾਰੇ ਹਿੰਦੁਸਤਾਨ 'ਚ ਕਾਮਯਾਬ ਹੋ ਜੀ। ਬੰਗਾਲ ਦੇ ਵਿੱਚ 200 ਤੋਂ ਵੱਧ ਇਸ ਵੇਲੇ ਮਮਤਾ ਕੋਲੇ ਆਪਣੇ ਵਿਧਾਇਕ ਹੈ। 70 ਵਿਧਾਇਕ ਜਿਹੜੇ ਸੀ ਜਿੱਤੇ ਸੀ BJP ਦੇ, ਤੇ ਉਹ ਚੋਂ 20 ਜਿਹੜੇ ਟੁੱਟ ਕੇ ਜਿਹੜੇ ਉਹ ਮਮਤਾ ਨਾਲ ਚਲੇ ਗਏ ਨੇ ਵਾਪਸ, 50 ਰਹਿ ਗਏ ਨੇ। ਇਹਨਾਂ ਨੂੰ ਬੜੀ ਆਸ ਸੀ ਵੀ ਬੰਗਾਲ ਦੇ ਵਿੱਚ ਅਸੀਂ ਆਪਣੀ ਸਰਕਾਰ ਬਣਾ ਲੈਣੀ, ਲੇਕਿਨ ਬੜੇ ਮੂਧਲੇ ਮੂੰਹ ਡਿੱਗੇ ਇੱਥੋਂ BJP ਵਾਲੇ। ਹੁਣ ਇਹ ਹੱਥਾਂ ਨੂੰ ਗਲੀਆਂ ਵੱਢਦੇ ਆ ਕਿ ਸਾਡਾ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੇ ਰਾਜ ਤੇ ਕਬਜ਼ਾ ਹੋ ਜਾਵੇ। ਜਿਹੜੀ ਬੰਗਾਲ ਦੀ ਵਿਧਾਨ ਸਭਾ, ਉੱਥੇ ਪਹਿਲੀ ਵਾਰੀ ਕੋਈ ਲੜਾਈ ਨਹੀਂ ਹੋਈ। ਪਹਿਲਾਂ ਇੱਕ ਵਾਰੀ ਕਾਂਗਰਸ ਨੇ ਕਾਮਰੇਡ ਕੁੱਟ ਕੇ ਬਾਹਰ ਕੱਢਤਾ ਸੀ ਉੱਥੋਂ, ਤੇ ਕਾਮਰੇਡ ਮੁੜ ਕੇ ਕਈ ਸਾਲ ਵਿਧਾਨ ਸਭਾ 'ਚ ਗਿਆ ਹੀ ਨਹੀਂ ਸੀ, ਜਾਣਿਆ ਹੀ ਨਹੀਂ ਸੀ। ਉਸ ਤੋਂ ਬਾਅਦ ਕੀ ਹੋਇਆ, ਮੁੜ ਕੇ ਕਾਮਰੇਡ 1970 'ਚ ਕਾਮਰੇਡ ਆ ਗਏ। 30-35 ਸਾਲ ਕਾਮਰੇਡ ਆਇਆ, ਫਿਰ ਦੂਜਿਆਂ ਨੂੰ ਕਿਸੇ ਬਣ ਦਿੱਤਾ। ਹੁਣ TMC ਵਾਲੇ ਜਿਹੜੇ ਵਿਧਾਇਕ ਉਹ ਆਪਸ ਵਿੱਚ ਭਿੜੇ ਆ, ਆਪਸ ਵਿੱਚ ਜੂਤ ਪਤਾਨ ਇਹਨਾਂ ਦਾ ਹੋਇਆ ਵਾ। ਉਹ ਕਿਉਂ ਹੋਇਆ ਵਾ? ਕਿਉਂਕਿ ਇਹਦੇ ਪਿੱਛੇ ਵੀ ਸਾਜ਼ਿਸ਼ ਹੋ ਸਕਦੀ ਕੋਈ ਨਾ ਕੋਈ, ਕਿ BJP ਚਾਹੁੰਦੀ ਆ ਵੀ ਇਹ ਆਪਸੇ ਲੜ ਝਗੜ ਕੋਈ ਸੱਟਾਂ ਲੱਗਣ। ਇੱਕ ਕਾਂਡ ਪਹਿਲਾਂ ਹੋ ਗਿਆ ਜਿੱਥੇ 7 ਬੰਦੇ ਮਰ ਗਏ। ਉਹ ਬੰਦੇ ਮੰਨ ਕੇ ਬੀਬੀ ਮਮਤਾ ਗਈ ਪਤਾ ਕਰਨ ਵਾਸਤੇ, ਉਹਨਾਂ CBI ਨੂੰ ਜਾਣ ਦਿੱਤੀ ਵੀ ਨਹੀਂ ਵੀ ਇਹ CBI ਜਾਂਚ ਦੇ ਦੇਣੀ ਹੈ। ਇਹ ਘਟਨਾ ਵਾਪਰ ਗਈ ਇੱਕ ਵਾਰੀ, ਇੱਕ ਅੱਧੀ ਘਟਨਾ ਵਾਪਰ ਗਈ ਤੇ ਇਹਨਾਂ ਕਹਿਣਾ ਸਰਕਾਰ ਕਰ ਦਿਓ ਸਸਪੈਂਡ, ਇੱਥੇ ਰਾਸ਼ਟਰਪਤੀ ਰਾਜ ਲਾਗੂ ਕਰਕੇ ਸਿੱਧੀ ਕਮਾਂਡ ਤੁਸੀਂ ਆਪਣੇ ਕੋਲ ਰੱਖੋ। ਤੁਸੀਂ ਇਹ ਪੋਸੀਬਿਲਿਟੀ ਆ, ਕੁਝ ਵੀ ਕਰ ਸਕਦੇ ਆ। ਲੇਕਿਨ ਜਿਹੜੇ ਆਪਸੀ ਵਿਧਾਇਕ ਭਿੜਨੇ ਉਹ ਮਮਤਾ ਲਈ ਖਤਰੇ ਦੀ ਘੰਟੀ ਨੇ।
ਲਾਸਟ ਖਬਰ ਫਿਰ ਆਪਾਂ ਵਾਈਂਡ ਅਪ ਕਰਦੇ ਹਾਂ ਜੀ ਕਿ ਕੇਂਦਰੀ ਮੰਤਰੀ ਮੰਡਲ ਵਿੱਚ ਕੀਤਾ ਗਿਆ ਰੱਦੋ ਬਦਲ, ਇਹਦੀ ਖਬਰ ਦੇ ਨਾਲ ਅਸੀਂ ਸਮਾਪਤੀ ਕਰਦੇ ਹਾਂ। ਪਟਿ ਸਾਹਿਬ ਕੀ ਹੋਇਆ ਜੀ? ਵੇਖੋ, ਕੇਂਦਰੀ ਮੰਤਰੀ ਮੰਡਲ ਦੇ ਵਿੱਚ ਮੋਦੀ ਸਾਹਿਬ ਦਾ ਇਹ ਹੈ ਵੀ ਜਿਹੜੇ ਵੀ ਕਿਤੇ ਕੋਈ ਕਮੀ ਰਹਿ ਗਈ ਹੈ ਜੀ, ਉਹ 2019 ਤੋਂ ਪਹਿਲਾਂ ਉਹਨਾਂ ਨੇ ਰੱਦੋ ਬਦਲ ਕੀਤੀ ਸੀ। ਇਸ ਕਰਕੇ ਇਹਨਾਂ ਨੇ ਫਿਰ ਰੱਦੋ ਬਦਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੁਝ ਮੰਤਰੀ ਨਵੇਂ ਲਿਆਂਦੇ ਹਨ ਤਾਂ ਕਿ ਐਂਟੀ ਇਨਕੰਬੈਂਸੀ ਘਟਾਈ ਜਾ ਸਕੇ ਜੀ, ਕਿਉਂਕਿ ਪ੍ਰਸ਼ਾਂਤ ਕੋਲ ਜਿਹੜਾ ਉਹ ਰਾਜਨੀਤੀ ਮਾਹਿਰ ਆ, ਚੋਣਾਂ ਦਾ ਮਾਹਿਰ ਆ। ਪਹਿਲਾਂ ਉਹ ਇਹਨਾਂ ਦੇ ਨਾਲ ਸੀ, ਅੱਜ ਕੱਲ੍ਹ ਇਹਨਾਂ ਦੇ ਖਿਲਾਫ। ਉਹਨੇ ਚਾਹਿਆ ਸੀ ਵੀ ਮੈਂ ਕਾਂਗਰਸ ਦੇ ਮੋਢਿਆਂ ਤੇ ਚੜ੍ਹ ਕੇ ਤੇ ਕਾਂਗਰਸ ਪਾਰਟੀ ਜੁਆਇਨ ਕਰਨਾ, ਲੇਕਿਨ ਉਹਦੀ ਉੱਥੇ ਦਾਲ ਨਹੀਂ ਸੀ ਗੱਲ ਸਕੀ। ਕਿਉਂ ਦਾਲ ਨਹੀਂ ਸੀ ਗੱਲ ਸਕੀ? ਕਿ ਜੋ ਉਹ ਚਾਹੁੰਦਾ ਸੀ 21 ਮੁੱਦੇ ਲੈ ਕੇ ਗਿਆ ਸੀ, ਉਹ ਤਾਂ 3-4 ਤੇ ਸ਼ੱਕ ਨਹੀਂ ਸੀ ਸਕਿਆ ਉਹਨਾਂ ਦਾ, ਬਾਕੀ ਸ਼ੱਕ ਹੋ ਗਿਆ ਸੀ, ਉਹ ਵਾਪਸ ਆ ਗਿਆ ਸੀ। ਮੁੜ ਕੇ ਉਹਨੇ ਮਮਤਾ ਨੂੰ ਉਕਸਾਇਆ ਕਿ ਬੀਬੀ ਤੂੰ ਅੱਗੇ ਲੱਗ, ਤੇਰੀ ਵਿੱਚ ਚੜ੍ਹਤ ਹੈਗੀ ਆ। ਉਹ ਬੀਬੀ ਜਾ ਕੇ ਫਿਰ ਉਹ ਤਾਮਿਲਨਾਡੂ ਵੀ ਗਈ, ਉਹ ਮਹਾਰਾਸ਼ਟਰ ਵੀ ਗਈ, ਉਹ ਅੱਗੇ ਚਟਾਲੇ ਨੂੰ ਮਿਲੀ। ਲੇਕਿਨ ਉਹਨੂੰ ਫਿਰ ਜਿਹੜੇ ਮਹਾਰਾਸ਼ਟਰ ਦੇ ਹੈਗੇ ਸੀ ਸ਼ਰਦ ਪਵਾਰ, ਉਹਨਾਂ ਨੇ ਕਹਿਤਾ ਬੀਬੀ ਜੇ ਤੂੰ ਕਹੇ ਨਾ ਕਾਂਗਰਸ ਤੋਂ ਬਗੈਰ ਤੂੰ ਕਿਤੇ ਕਾਮਯਾਬ ਹੋ ਗਈ, ਕਾਂਗਰਸ ਬਗੈਰ ਤੂੰ ਕਾਮਯਾਬ ਨਹੀਂ ਹੋ ਸਕਦੀ। ਉਹਨੇ ਉਹ ਰੱਦਾ ਛੱਡ ਦਿੱਤਾ। ਹੁਣ ਪ੍ਰਸ਼ਾਂਤ ਕਿਸ਼ੋਰ ਨੇ ਇਹ ਗੱਲ ਕਹੀ ਆ ਵੀ ਮੋਦੀ ਨੂੰ ਜਿਹੜਾ ਹੋਣਾ ਮੁਸ਼ਕਲ ਆ, ਪਰ ਮੁਮਕਿਨ ਨਹੀਂ, ਰਹਿ ਜਾ ਸਕਦਾ ਉਹਨੂੰ। ਇਸ ਕਰਕੇ ਮੋਦੀ ਨੂੰ ਪਤਾ ਹੈ ਕਿ ਪ੍ਰਸ਼ਾਂਤ ਕੋ ਜਿਹੜਾ ਇਹ ਮਾਹਿਰ ਆ ਉਹਨਾਂ ਰਲ ਗਿਆ। ਦੂਸਰੀ ਜੀ ਐਂਟੀ ਇਨਕੰਬੈਂਸੀ ਦਾ ਖਲਦੀ ਆ। ਜੇ ਇਹ ਮੰਤਰੀ ਨੇ ਬਹੁਤੇ ਨਾਲ ਕੋਈ ਨਾਰਾਜ਼ਗੀ ਕੋਈ ਕਿਸੇ ਦਾ ਕੰਮ ਨਹੀਂ ਕੀਤਾ ਤੇ ਮੰਤਰੀ ਮੰਡਲ ਬਦਲ ਦਿਓ। ਇਹ ਹੁਣ ਮੰਤਰੀ ਮੰਡਲ ਵਿੱਚ ਤਬਦੀਲੀ ਜਿਹੜੀ ਆ ਉਹ ਗੁਜਰਾਤ ਦੀਆਂ ਚੋਣਾਂ ਤੋਂ ਪਹਿਲਾਂ ਹੁੰਦੀ ਕਿ ਬਾਅਦ ਚ ਹੁੰਦੀ ਆ? 2024 ਤੋਂ ਪਹਿਲਾਂ ਇਹ ਮੰਤਰੀ ਮੰਡਲ ਤਬਦੀਲੀ ਹਰ ਹਾਲਤ ਚ ਕਰਨੀ ਹੈ ਮੋਦੀ ਸਾਹਿਬ ਨੇ ਜੀ। ਪਟਿ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਤੁਸੀਂ ਇੰਜੋਏ ਕਰੋ ਆਪਣਾ ਡੇ ਤੇ ਅਸੀਂ ਮਿਲਾਂਗੇ ਹੁਣ ਕੱਲ ਨੂੰ। ਤਦ ਤੱਕ ਤੁਹਾਨੂੰ ਇੰਜੋਏ ਯਰ ਡੇ। ਰੱਬ ਰੱਖਾ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ। ਥੈਂਕ ਯੂ ਸੋ ਮਚ ਪਟਿ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।